ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਆਸਾ ਮਹੱਲਾ ਪਹਿਲਾ। ਸ਼ੰਤ ਘਰ ਦੂਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਤੂੰ ਸਭਨੀ ਥਾਈ ਜਿੱਥੈ ਹੋ ਜਾਈ। ਸਾਚਾ ਸਿਰਜਣਹਾਰ ਜੀਓ। ਸਭਨਾ ਕਾ ਦਾਤਾ ਕਰਮ ਵਿਧਾਤਾ। ਦੁਖ ਵਿਸਾਰਣਹਾਰ ਜੀਓ। ਤੂੰ ਸਭਨੀ ਥਾਈ ਜਿੱਥੈ ਹੋ ਜਾਈ। ਸਾਚਾ ਸਿਰਜਣਹਾਰ ਜੀਓ। ਸਭਨਾ ਕਾ ਦਾਤਾ ਕਰਮ ਵਿਧਾਤਾ। ਦੁਖ ਵਿਸਾਰਣਹਾਰ ਜੀਓ। ਦੁਖ ਵਿਸਾਰਣਹਾਰ ਸੁਆਮੀ। ਕੀਤਾ ਜਾ ਕਾ ਹੋਵੈ। ਕੋਟ ਕੋਟੰਤਰ ਪਾਪਾਂ ਘੇਰੇ। ਏਕ ਘੜੀ ਮਹਿ ਖੋਵੈ। ਹੰਸ ਸੇ ਹੰਸਾ ਬੱਗ ਸੇ ਬੱਗਾ। ਘਟ ਘਟ ਕਰੇ ਵਿਚਾਰ ਜੀਓ। ਤੂੰ ਸਭਨੀ ਥਾਈ ਜਿੱਥੈ ਹੋ ਜਾਈ। ਸਾਚਾ ਸਿਰਜਣਹਾਰ ਜੀਓ। ਜਿਨ ਇੱਕ ਮਨ ਧਿਆਇਆ। ਤਿਨ ਸੁਖ ਪਾਇਆ। ਤੇ ਵਿਰਲੇ ਸੰਸਾਰ ਜੀਓ। ਤਿਨ ਜਮ ਨੇੜ ਨਾ ਆਵੈ। ਗੁਰ ਸ਼ਬਦ ਕਮਾਵੈ। ਕਬਹੁ ਨ ਆਵਹਿ ਹਾਰ ਜੀਓ। ਤੇ ਕਬਹੁ ਨ ਹਾਰਹਿ। ਹਰ ਹਰ ਗੁਣ ਸਾਰਹਿ। ਤਿਨ ਜਮ ਨੇੜ ਨ ਆਵੈ। ਜੰਮਣ ਮਰਨ ਤਿਨਾ ਕਾ ਚੂਕਾ। ਜੋ ਹਰ ਲਾਗੇ ਪਾਵੈ। ਗੁਰਮਤਿ ਹਰ ਰਸ ਹਰ ਫਲ ਪਾਇਆ। ਹਰ ਹਰ ਨਾਮ ਔਰ ਧਾਰ ਜੀਓ। ਜਿਨ ਇੱਕ ਮਨ ਧਿਆਇਆ। ਤਿਨ ਸੁਖ ਪਾਇਆ। ਤੇ ਵਿਰਲੇ ਸੰਸਾਰ ਜੀਓ। ਜਿਨ ਜਗਤ ਉਪਾਇਆ ਧੰਦਾ ਲਾਇਆ। ਤਿਸੈ ਵਿਟਹੁ ਕੁਰਬਾਨ ਜੀਓ। ਤਾਕੀ ਸੇਵ ਕਰੀਜੈ ਲਾਹਾ ਲੀਜੈ। ਹਰ ਦਰਗਹਿ ਪਾਈਐ ਮਾਨ ਜੀਓ। ਹਰ ਦਰਗਹਿ ਮਾਨ ਸੋਈ ਜਨ ਪਾਵੈ। ਜੋ ਨਰ ਏਕ ਪਛਾਣੈ। ਓਹੋ ਨਵ ਨਿਧ ਪਾਵੈ। ਗੁਰਮਤਿ ਹਰ ਧਿਆਵੈ। ਨਿਤ ਹਰ ਗੁਣ ਆਖ ਵਖਾਣੈ। ਅਹਨਿਸ ਨਾਮ ਤਿਸੈ ਕਾ ਲੀਜੈ। ਹਰਿ ਊਤਮ ਪੁਰਖ ਪ੍ਰਧਾਨ ਜੀਓ। ਜਿਨ ਜਗਤ ਉਪਾਇਆ ਧੰਦਾ ਲਾਇਆ। ਹਉ ਤਿਸੈ ਵਿਟਹੁ ਕੁਰਬਾਨ ਜੀਓ। ਨਾਮ ਲੈਨ ਸੇ ਸੋਹੈ। ਤਿਨ ਸੁਖ ਫਲ ਹੋਵੈ। ਮਾਨੈ ਸੇ ਜਿਣ ਜਾਹੇ ਜੀਓ। ਤਿਨ ਫਲ ਤੋਟ ਨ ਆਵੈ। ਜਾ ਤਿਸ ਭਾਵੈ। ਜੇ ਜੁਗ ਕੇਤੇ ਜਾਹੇ ਜੀਓ। ਜੇ ਜੁਗ ਕੇਤੇ ਜਾਹੇ ਸੁਆਮੀ। ਤਿਨ ਫਲ ਤੋਟ ਨ ਆਵੈ। ਤਿਨ ਜਰਾ ਨਾ ਮਰਣਾ। ਨਰਕ ਨਾ ਪਰਣਾ। ਜੋ ਹਰ ਨਾਮ ਧਿਆਵੈ। ਹਰ ਹਰ ਕਰਹਿ ਸੇ ਸੁਕਹਿ ਨਾਹੀ।
ਨਾਨਕ ਪੀੜ ਨਾ ਖਾਹੇ ਜਿਉ, ਨਾਮ ਲੈਨ ਸੇ ਸੋਹੈ ਤਿਨ ਸੁਖ ਫਲ ਹੋਵੈ। ਮਨ ਹੈ ਸੇ ਜਿਣ ਜਾਹੇ ਜਿਉ, ਹਰ ਹਰ ਕਰਹਿ ਸੇ ਸੂਕਹਿ ਨਾਹੀ। ਨਾਨਕ ਪੀੜ ਨਾ ਖਾਹੇ ਜਿਉ, ਨਾਮ ਲੈਨ ਸੇ ਸੋਹੈ ਤਿਨ ਸੁਖ ਫਲ ਹੋਵੈ। ਮਨ ਹੈ ਸੇ ਜਿਣ ਜਾਹੇ ਜਿਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਕਿਰਪਾ ਨਿਧਾਨ, ਅਨਾਥ ਨਾਥ ਜਗਤ ਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਰੀਬ ਨਿਵਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ 'ਚ ਜੁੜ ਬੈਠੀ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ ਕਿ ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਕੀਮਤੀ ਘੜੀਆਂ ਗੁਰੂ ਲੇਖੇ ਲਾਉਂਦਿਆਂ ਸਫਲ ਔਰ ਸਕਾਰਥਾ ਕਰ ਰਹੇ। ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਸਤਿਗੁਰਾਂ ਦੇ ਹਜ਼ੂਰੀ ਕੀਰਤਨੀਏ ਸਿੰਘਾਂ ਪਾਸੋਂ ਬਹੁਤ ਹੀ ਅਦਬ ਨਾਲ ਸਤਿਕਾਰ ਨਾਲ ਆਪ ਜੀ ਨੇ ਸਰਵਣ ਕੀਤੇ ਹਨ। ਕੀਰਤਨ ਤੋਂ ਉਪਰੰਤ ਸਭ ਸੈ ਉਪਰ ਗੁਰ ਸ਼ਬਦ ਵਿਚਾਰ, ਗੁਰਬਾਣੀ ਨੂੰ ਵਿਚਾਰਨ ਲਈ, ਪੜ੍ਹਨ ਲਈ, ਸੁਣਨ ਲਈ ਆਪਾਂ ਸਾਰੇ ਗੁਰੂ ਚਰਨਾਂ 'ਚ ਤਤਪਰ ਹੋ ਕੇ ਸਾਵਧਾਨ ਹੋ ਕੇ ਜੁੜ ਬੈਠੇ। ਆਦਿ ਗੁਰੂ ਪਹਿਲੇ ਪਾਤਸ਼ਾਹ ਜਾਹਰ ਪੀਰ ਜਗਤ ਗੁਰੂ ਬਾਬਾ ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਜਿਉ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਐਸੇ ਮਹਾਨ ਦੀਨ ਦਿਆਲ ਸਤਿਗੁਰੂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਦੇ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਦੀ ਦਾਤ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤੀ ਹੈ। ਆਸਾ ਰਾਗ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ, ਗਾਇਆ ਹੋਇਆ ਹੈ। ਭਾਰਤੀ ਸੰਗੀਤ ਦੀ ਪੱਧਤੀ ਵਿੱਚ ਆਸਾ ਰਾਗ ਦਾ ਜ਼ਿਕਰ ਨਹੀਂ ਆਉਂਦਾ। ਇਹ ਆਸਾ ਰਾਗ ਮੇਰੇ ਸਾਹਿਬ ਦੇ ਹਿਰਦੇ 'ਚੋਂ ਉਪਜਿਆ ਹੈ, ਅੰਮ੍ਰਿਤ ਵੇਲੇ ਦਾ ਪਿਆਰਾ ਰਾਗ ਹੈ। ਔਰ ਗੁਰੂ ਘਰ ਵਿੱਚ ਇਸੇ ਰਾਗ ਆਸਾ ਤੋਂ ਹੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਪ੍ਰਾਰੰਭਤਾ ਅੰਮ੍ਰਿਤ ਵੇਲੇ ਹੁੰਦੀ। ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਇਕਾਗਰ ਕਰੀਏ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਲ ਕੇ ਸਭ ਦੁਖ ਨਿਵਾਰਨ ਕੋ ਭਵ ਤਾਰਨ ਕੋ ਜਗ ਭੀਤਰ ਆਏ। ਜਗ ਜੀਰਨ ਸਾਧਨ ਦੂਰ ਕਰੇ, ਦ੍ਰਿੜ ਸਾਧਨ ਰਾਮਹਿ ਨਾਮ ਬਤਾਏ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰੋ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਆਸਾ ਮਹੱਲਾ ਪਹਿਲਾ, ਸ਼ੰਤ ਘਰ ਦੂਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਆਸਾ ਹੈ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਪਵਿੱਤਰ ਅੰਮ੍ਰਿਤ ਛੰਤ ਹਨ। ਦੂਸਰੇ ਘਰ ਸੁਰਤਾਲ ਵਿੱਚ ਇਹਨਾਂ ਪਵਿੱਤਰ ਛੰਤਾਂ ਨੂੰ ਗਾਇਨ ਕਰਨ ਦਾ ਹੁਕਮ ਹੈ। ਮੰਗਲਾਚਰਨ ਕਰਦੇ ਨੇ ਮਹਾਰਾਜ, ਅਕਾਲ ਪੁਰਖ ਇੱਕ ਹੈ, ਓੰਕਾਰ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰਾਂ ਦੀ ਕਿਰਪਾ ਦੁਆਰਾ ਤਿਸ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ।
ਓੰਕਾਰ ਦਾ ਹੀ ਇਹ ਸਾਰਾ ਪਸਾਰਾ ਹੈ, ਸਾਰਾ ਜਗਤ, ਸਾਰੀ ਸ੍ਰਿਸ਼ਟੀ, ਸਾਰੀ ਪ੍ਰਕਿਰਤੀ ਇਹ ਓੰਕਾਰ ਕਰਕੇ ਹੀ ਪਸਰੀ ਹੋਈ। ਔਰ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਸ਼ਬਦ ਤੋਂ ਪੈਦਾ ਹੋਈ ਜਿਹੜੀ ਪ੍ਰਕਿਰਤੀ ਹੈ, ਕੁਦਰਤ ਹੈ, ਉਸ ਸ਼ਬਦ ਨੂੰ ਗੁਰਦੇਵ ਨੇ ਆਪਣੀ ਰਸਨਾ ਤੋਂ ਉਚਾਰਨ ਕੀਤਾ ਇੱਕ ਓੰਕਾਰ ਕਹਿ ਕੇ। ਉਹਦੇ ਵਿੱਚ ਕਿਸੇ ਪ੍ਰਕਾਰ ਦੀ ਵੰਡੀ ਨਹੀਂ ਪਾਈ ਜਾ ਸਕਦੀ, ਉਹਨੂੰ 2 3 4 6 ਕਰਕੇ ਵੰਡਿਆ ਨਹੀਂ ਜਾ ਸਕਦਾ। ਇਸ ਕਰਕੇ ਪ੍ਰਾਰੰਭ ਵਿੱਚ ਗੁਰਦੇਵ ਨੇ ਇੱਕ ਉਚਾਰਨ ਕੀਤਾ ਹੈ। ਔਰ ਇਹ ਇੱਕ ਗਿਣਤੀ ਦਾ ਇੱਕ ਨਹੀਂ ਹੈ, ਇਹ ਇੱਕ ਸੰਗਿਆਵਾਚਕ ਇੱਕ ਹੈ। ਇੱਕ ਵਿਦਵਾਨ ਦਾ ਕਥਨ ਮੈਨੂੰ ਬੜਾ ਪਿਆਰਾ ਲੱਗਦਾ ਹੈ। ਉਹ ਕਹਿੰਦਾ, ਜਦੋਂ ਤੁਸੀਂ ਇੱਕ ਓੰਕਾਰ ਉਚਾਰਨ ਕਰਦੇ ਹੋ, ਓੰਕਾਰ ਤੋਂ ਲੱਗਾ ਹੋਇਆ ਪਹਿਲਾ ਇੱਕ, ਤੁਸੀਂ ਇਹ ਸਮਝ ਲਓ ਵੀ ਇਹ ਇੱਕ ਨਹੀਂ, ਇਹ ਗੁਰੂ ਨਾਨਕ ਸਾਹਿਬ ਦੀ ਇੱਕ ਉਂਗਲੀ ਹੈ, ਜਿਸ ਨਾਲ ਸਾਰੇ ਜਗਤ ਨੂੰ ਇਸ਼ਾਰਾ ਕਰਕੇ ਕਹਿ ਰਹੇ ਨੇ ਪ੍ਰਮਾਤਮਾ ਇੱਕ ਹੈ, ਅਕਾਲ ਪੁਰਖ ਇੱਕ ਹੈ। ਔਰ ਐਸਾ ਜੋ ਇੱਕ ਅਕਾਲ ਪੁਰਖ ਅਦੁੱਤੀ ਵਾਹਿਗੁਰੂ ਪਰਮੇਸ਼ਰ ਸਾਰੇ ਜਗਤ ਨੂੰ ਪੈਦਾ ਕਰਨ ਵਾਲਾ, ਪਾਲਣ ਵਾਲਾ, ਸੰਘਾਰਨ ਵਾਲਾ ਹੈ, ਉਸ ਦੀ ਪ੍ਰਾਪਤੀ, ਉਸ ਦੇ ਵਿੱਚ ਅਭੇਦਤਾ ਸਤਿਗੁਰਾਂ ਦੀ ਕਿਰਪਾ ਨਾਲ ਹੋ ਸਕਦੀ ਹੈ, ਹੋਰ ਕੋਈ ਤਰੀਕਾ ਨਹੀਂ। ਹਾਂਜੀ। ਤੂੰ ਸਭਨੀ ਥਾਈ ਜਿੱਥੈ ਹੋ ਜਾਈ, ਸਾਚਾ ਸਿਰਜਣਹਾਰ ਜੀਓ। ਇਹ ਵਾਹਿਗੁਰੂ ਜੀ, ਤੁਸੀਂ ਸਾਰੀਆਂ ਥਾਵਾਂ ਤੇ ਹੋ, ਹਰ ਜਗ੍ਹਾ ਤੇ ਹੋ। ਜਿੱਥੈ ਹੋ ਜਾਈ, ਮੈਂ ਜਿੱਥੇ ਵੀ ਜਾਂਦਾ ਉੱਥੇ ਹੀ ਹਾਜ਼ਰ ਹੈ ਤੂੰ। ਉਹਾਂ ਤੋਂ ਜਾਈਏ ਜੋ ਇਹਾਂ ਨਾ ਹੋਏ। ਮਹਾਰਾਜ, ਮੈਂ ਜਿੱਥੇ ਵੀ ਜਾਂਦਾ ਹਾਂ ਉੱਥੇ ਹੀ ਤੁਸੀਂ ਮੈਨੂੰ ਦਿਸਦੇ ਹੋ। ਸੰਸਾਰ ਦੀ ਕੋਈ ਜਗ੍ਹਾ, ਕੋਈ ਕੋਨਾ ਵਿਸ਼ਵ ਦਾ ਐਸਾ ਨਹੀਂ ਜਿੱਥੇ ਤੁਸੀਂ ਮੌਜੂਦ ਨਹੀਂ। ਤੂੰ ਸਭਨੀ ਥਾਈ ਜਿੱਥੈ ਹੋ ਜਾਈ। ਮਹਾਰਾਜ, ਜਿੱਥੇ ਵੀ ਮੈਂ ਜਾਂਦਾ ਹਾਂ, ਸਾਚਾ ਸਿਰਜਣਹਾਰ ਜੀਓ। ਮਹਾਰਾਜ, ਤੁਸੀਂ ਸੱਚ ਸਰੂਪ ਹੋ, ਸਾਰੇ ਜਗਤ ਦੇ ਸਿਰਜਣਹਾਰ ਹੋ। ਗਰੀਬ ਨਵਾਜ, ਸਾਰੀ ਸ੍ਰਿਸ਼ਟੀ ਨੂੰ ਤੁਸੀਂ ਆਪ ਸਿਰਜਿਆ, ਆਪ ਬਣਾਇਆ। ਇਹਦੇ ਸਿਰਜਣਹਾਰ ਸੁਆਮੀ ਤੁਸੀਂ। ਸਿਰਜਣਹਾਰਾ ਸੱਚ ਹੈ, ਉਹ ਸदैवी ਸੱਚ ਹੈ। ਉਹਦੇ ਵਿੱਚ ਕਦੇ ਕਿਸੇ ਪ੍ਰਕਾਰ ਦੀ ਕਲਪਨਾ ਦਾ ਅਵੇਸ਼ ਨਹੀਂ ਹੋ ਸਕਦਾ, ਝੂਠ ਨਹੀਂ ਹੋ ਸਕਦਾ। ਉਹ ਸदैवी ਸੱਚ ਹੈ, ਉਹ ਸਿਰਜਣਹਾਰ ਸੱਚ ਹੈ। ਹਾਂ, ਉਸ ਦੀ ਇਹ ਸਿਰਜੀ ਹੋਈ ਜਿਹੜੀ ਜਗਤ ਦੀ ਪ੍ਰਕਿਰਤੀ ਹੈ, ਇਹ ਛਲ ਰੂਪ ਹੋ ਸਕਦੀ ਹੈ, ਇਹ ਕੂੜ ਰੂਪ ਵੀ ਹੋ ਸਕਦੀ ਹੈ, ਪਰ ਇਸ ਨੂੰ ਸਿਰਜਣਹਾਰ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਜਿਹੜਾ ਹੈ, ਉਹ ਸदैवी ਸੱਚ ਹੈ। ਉਹ ਸੱਚ ਹੈ। ਜਿਵੇਂ ਬਾਜੀਗਰ, ਉਹ ਕਈ ਤਰ੍ਹਾਂ ਦੇ ਰੂਪ ਵਟਾਉਂਦਾ, ਕਦੇ ਕੋਈ ਰੂਪ ਬਣਾ ਲੈਂਦਾ, ਕਦੇ ਕੁਝ ਵਿਖਾਉਂਦਾ, ਪਰ ਵਾਸਤਵਿਕ ਰੂਪ ਵਿੱਚ ਜੋ ਵਿਖਾ ਰਿਹਾ ਉਹ ਸਭ ਛਲ ਰੂਪ ਹੈ। ਅਸਲੀਅਤ ਵਿੱਚ ਤਾਂ ਇੱਕੋ ਹੀ ਹੈ ਨਾ। ਕਦੇ ਉਹ ਕੁਝ ਰੂਪ ਬਣਾ ਕੇ ਕੁਝ ਹੋ ਜਾਂਦਾ, ਕੁਝ ਰੂਪ ਬਣਾ ਕੇ ਕੁਝ ਹੋ ਜਾਂਦਾ, ਅਸਲੀਅਤ ਵਿੱਚ ਇੱਕੋ ਹੈ। ਤੈਸੇ ਇਹ ਸਾਰਾ ਜਗਤ ਵਾਹਿਗੁਰੂ ਪਰਮੇਸ਼ਰ ਦੀ ਸਿਰਜੀ ਹੋਈ ਮਾਇਆ ਹੈ। ਇਹਦੇ ਕਈ ਰੂਪ ਨੇ, ਪਰ ਵਾਸਤਵਿਕ ਰੂਪ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇੱਕ ਹੈ। ਬਾਜੀਕਾਰ ਕੋਲ ਬੈਠਾ ਜਿਹੜਾ ਉਹਦਾ ਜਮੂਰਾ ਆ, ਉਹ ਨਹੀਂ ਭਰਮਦਾ। ਉਹਨੂੰ ਪਤਾ ਹੁੰਦਾ ਵੀ ਇਹ ਤਾਂ ਉਹੀ ਹੈ, ਬਾਕੀ ਸਾਰੇ ਭਰਮ ਜਾਂਦੇ ਆ। ਇਸੇ ਤਰ੍ਹਾਂ ਨਿਰੰਕਾਰ ਦੀ ਇਬਾਦਤ ਕਰਨ ਵਾਲੇ, ਉਹਦੀ ਭਗਤੀ ਕਰਨ ਵਾਲੇ ਨਹੀਂ ਭਰਮਦੇ। ਉਹਦੀ ਪਨਾਹ 'ਚ, ਉਹਦੀ ਸ਼ਰਨ 'ਚ ਪਏ ਹੋਏ ਜਿਹੜੇ ਨੇ, ਉਹ ਨਹੀਂ ਭਰਮਦੇ। ਬਾਕੀ ਸਾਰੀ ਦੁਨੀਆ ਭਰਮ ਜਾਂਦੀ ਹੈ। ਤੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸੱਚਾ ਸਿਰਜਣਹਾਰ ਹੈ ਸਾਰੇ ਜਗਤ ਦਾ। ਸਭਨਾ ਕਾ ਦਾਤਾ ਕਰਮ ਵਿਧਾਤਾ,
ਦੁਖ ਵਿਸਾਰਨ ਹਾਰ ਜਿਉ। ਸਾਰੇ ਸੰਸਾਰ ਦਾ ਦਾਤਾ ਹੈ, ਸਭਨਾ ਕਾ ਦਾਤਾ, ਸਭ ਨੂੰ ਦਾਤਾਂ ਦੇਣ ਵਾਲਾ ਦਾਤਾ ਹੈ। ਅਕਾਲ ਪੁਰਖ ਜੈਸਾ ਦਾਤਾ ਕੋਈ ਨਹੀਂ। ਉਸੇ ਪਾਸੋਂ ਹੀ ਸਾਰੇ ਮੰਗਦੇ ਹੈ, ਉਸੇ ਅੱਗੇ ਹੀ ਸਾਰੇ ਹੱਥ ਜੋੜ ਕੇ ਦਾਨ ਮੰਗਦੇ ਹਨ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ। ਉਸੇ ਕੋਲੋਂ ਹੀ ਸਾਰੇ ਮੰਗਦੇ। ਇਸ ਕਰਕੇ ਸਾਰੇ ਸੰਸਾਰ ਦਾ ਤੂੰ ਦਾਤਾ ਹੈ, ਕਰਮ ਵਿਧਾਤਾ, ਕਰਮ ਫਲ ਵਰਦਾਤਾ ਹੈ। ਜੈਸੇ ਜੈਸੇ ਜੀਵਾਂ ਦੇ ਕਰਮ ਨੇ, ਉਹਨਾਂ ਕੀਤੇ ਹੋਏ ਕਰਮਾਂ ਮੁਤਾਬਕ ਉਹਨਾਂ ਦੀਆਂ ਵਿਧੀਆਂ ਰਚ ਦਿੰਦਾ। ਸਾਡੇ ਜਿਹੜੇ ਕਰਮ ਨੇ ਅਸੀਂ ਕੀਤੇ ਨੇ, ਪਰਮੇਸ਼ਰ ਨੇ ਵਿਧਾਤੇ ਨੇ, ਉਸੇ ਤਰ੍ਹਾਂ ਸਾਡੀ ਸਿਰਜਣਾ ਕੀਤੀ ਸਾਡੇ ਕਰਮਾਂ ਮੁਤਾਬਕ। ਦੋਸ਼ ਨਹੀਂ ਅਸੀਂ ਦੇ ਸਕਦੇ ਕਿਸੇ ਨੂੰ। ਜੋ ਕੁਝ ਸਾਨੂੰ ਮਿਲ ਰਿਹਾ ਸਾਡੇ ਕਰਮਾਂ ਵਿੱਚ ਹੈ, ਔਰ ਉਹ ਕਰਮ ਅਸੀਂ ਜੋ ਕੀਤੇ ਨੇ ਵਿਧਾਤੇ ਨੇ, ਉਸੇ ਤਰ੍ਹਾਂ ਉਹਦਾ ਸਾਨੂੰ ਫਲ ਦਿੱਤਾ ਹੈ ਅਕਾਲ ਪੁਰਖ ਪਰਮੇਸ਼ਰ। ਇਸ ਕਰਕੇ ਇੱਥੇ ਕਿਹਾ ਕਰਮ ਵਿਧਾਤਾ, ਕਰਮ ਫਲ ਵਰਦਾਤਾ ਹੈ। ਦੁੱਖ ਵਿਸਾਰਨ ਹਾਰ ਜੀਓ। ਉਹ ਦੁੱਖਾਂ ਨੂੰ ਵਿਸਾਰਨ ਵਾਲਾ, ਜਿਹੜੇ ਉਹਦੀ ਪਨਾਹ 'ਚ ਪੈਂਦੇ ਨੇ, ਜਿਹੜੇ ਉਸ ਦੀ ਸ਼ਰਨ 'ਚ ਪੈਂਦੇ ਹਨ, ਉਹ ਉਹਨਾਂ ਦੇ ਦੁੱਖਾਂ ਨੂੰ ਵਿਸਾਰ ਦਿੰਦਾ, ਨਿਵਾਰ ਦਿੰਦਾ ਹੈ। ਉਹ ਦੁੱਖਾਂ ਨੂੰ ਕੱਟਣ ਵਾਲਾ ਹੈ। ਦੁਖ ਵਿਸਾਰਨ ਹਾਰ ਸੁਆਮੀ, ਕੀਤਾ ਜਾ ਕਾ ਹੋਵੇ। ਦੁੱਖਾਂ ਨੂੰ ਵਿਸਾਰਨ ਹਾਰ ਹੈ ਉਹ ਸੁਆਮੀ, ਸਰਬ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ ਉਹ ਅਕਾਲ ਪੁਰਖ, ਤੇ ਸਾਰੇ ਜਗਤ ਦਾ ਸੁਆਮੀ। ਜੋ ਕੁਝ ਹੋ ਰਿਹਾ ਸੰਸਾਰ ਵਿੱਚ, ਇਹ ਸਾਰਾ ਉਸੇ ਦਾ ਕੀਤਾ ਹੋਇਆ ਹੋ ਰਿਹਾ। ਕੀਤਾ ਜਾ ਕਾ ਹੋਵੇ, ਉਸੇ ਦਾ ਕੀਤਾ ਹੋਇਆ ਹੋ ਰਿਹਾ ਸਾਰੇ ਜਗਤ ਵਿੱਚ। ਕੀਤਾ ਕਰਨਾ ਸਰਬ ਰਜਾਈ, ਕਿਛ ਕੀਚੈ ਜੇ ਕਰ ਸਕੀਐ। ਜੋ ਕੀਤਾ ਗਿਆ, ਜੋ ਹੋ ਰਿਹਾ, ਜੋ ਅੱਗੇ ਵੀ ਕੀਤਾ ਜਾਏਗਾ, ਸਭ ਦਾ ਕਰਤਾ ਅਕਾਲ ਪੁਰਖ ਪਰਮੇਸ਼ਰ ਹੈ। ਉਸੇ ਦੇ ਕੀਤਿਆਂ ਸਭ ਕੁਝ ਹੋ ਰਿਹਾ ਹੈ। ਕੋਟ ਕੋਟੰਤਰ ਪਾਪਾਂ ਕੇਰੇ, ਏਕ ਘੜੀ ਮਹਿ ਖੋਵੈ। ਜਦੋਂ ਮਨੁੱਖ ਪ੍ਰਮਾਤਮਾ ਨੂੰ ਕਰਤਾ ਜਾਣ ਲਵੇ ਕਿ ਉਹੀ ਕਰਤਾ ਹੈ, ਔਰ ਉਸੇ ਹੱਥ ਵਿੱਚ ਆਪਣੀ ਡੋਰ ਸਮਰਪਿਤ ਕਰ ਦੇਵੇ, ਤਾਂ ਜੀਵ ਦਾ ਲੇਖਾ ਜੋਖਾ ਕੱਟਿਆ ਜਾਂਦਾ। ਜਦੋਂ ਰੱਬ ਨੂੰ ਕਰਤਾ ਮੰਨਣ ਦੀ ਬਜਾਏ ਮਨੁੱਖ ਆਪ ਖੁਦ ਕਰਤਾ ਬਣ ਜਾਂਦਾ, ਤੇ ਫਿਰ ਜੇ ਆਪ ਕਰਤਾ ਬਣੇਗਾ, ਫਿਰ ਇਹਨੂੰ ਭੋਗਣਾ ਵੀ ਪਵੇਗਾ। ਜੋ ਕਰਤਾ ਹੈ ਉਹ ਫਿਰ ਭੋਗਤਾ ਵੀ ਹੋਵੇਗਾ ਨਾ। ਜਦੋਂ ਕਰਤਾ ਵਾਹਿਗੁਰੂ ਨੂੰ ਹੀ ਜਾਣੇ, ਤੇ ਫਿਰ ਕਰਤਾ ਵੀ ਵਾਹਿਗੁਰੂ ਹੋਵੇਗਾ ਤੇ ਭੋਗਤਾ ਵੀ ਵਾਹਿਗੁਰੂ ਹੋਵੇਗਾ। ਇਹ ਜੀਵ ਸੁਤੰਤਰ ਹੋ ਜਾਏਗਾ, ਮੁਕਤ ਹੋ ਜਾਏਗਾ। ਇਹ ਸਿਧਾਂਤ ਕਿਤੇ ਸਮਝ ਵਿੱਚ ਪੈ ਜਾਵੇ ਤੇ ਗੱਲ ਬਣ ਜਾਏ। ਕਰਤਾ ਤਾਂ ਪਰਮੇਸ਼ਰ ਹੈ, ਮੇਰੇ ਕੀਤਿਆਂ ਕੀ ਹੋ ਸਕਦਾ? ਨਾ ਮੈਂ ਪਹਿਲਾਂ ਕੁਝ ਕੀਤਾ, ਨਾ ਮੈਂ ਹੁਣ ਕਰ ਸਕਦਾ, ਨਾ ਮੇਰੇ ਸਰੀਰ ਵਿੱਚ ਕੁਝ ਕਰਨ ਦਾ ਤਾਣ ਹੈ ਕਿ ਕਰ ਸਕੇ। ਇਸ ਕਰਕੇ ਜੋ ਹੋਣਾ ਹਰੀ ਦੇ ਕੀਤਿਆਂ ਹੋਣਾ। ਮੇਰੇ ਵੱਸ, ਮੇਰੇ ਅਖਤਿਆਰ ਕੁਝ ਨਹੀਂ। ਜਦੋਂ ਇਹ ਆਪ ਕਰਤਾ ਨਹੀਂ ਬਣਦਾ, ਤੇ ਫਿਰ ਇਹਨੂੰ ਆਪ ਭੋਗਤਾ ਵੀ ਨਹੀਂ ਬਣਨਾ ਪੈਂਦਾ। ਜਦੋਂ ਅਸੀਂ ਕਿਸੇ ਕਰਮ ਦੇ ਉੱਤੇ ਇਹ ਬਿਰਤੀ ਰੱਖ ਲੈਨੇ ਆ ਮੈਂ ਕੀਤਾ, ਫਿਰ ਉਹਦਾ ਫਲ ਵੀ ਸਾਨੂੰ ਹੀ ਭੋਗਣਾ ਪੈਣਾ। ਚਾਹੇ ਉਹ ਚੰਗਾ ਕਰਮ ਹੈ, ਮਾੜਾ ਕਰਮ ਹੈ। ਜਗਿਆਸੂ ਮਾੜਾ ਕਰਮ ਕਰਦਾ ਹੀ ਨਹੀਂ, ਪਰ ਉਹ ਚੰਗੇ ਕਰਮਾਂ ਨੂੰ ਕਰਨ ਤੋਂ ਬਾਅਦ ਵੀ ਉਹਨਾਂ ਤੇ ਆਪਣੀ ਮੈਂ ਮੇਰੀ ਲਾਗੂ ਨਹੀਂ ਕਰਦਾ। ਮੈਂ ਕੀਤਾ, ਇਹਦਾ ਕਰਤਾ ਮੇਰਾ ਵਾਹਿਗੁਰੂ ਹੈ, ਪਰਮੇਸ਼ਰ ਹੈ, ਮੇਰੇ ਵੱਸ ਨਹੀਂ। ਸ਼ਾਮ ਦੇ ਇਤਿਹਾਸ ਦੀ ਕਥਾ ਚੱਲ ਰਹੀ ਹੈ। ਬਾਬਾ ਬਚਿੱਤਰ ਸਿੰਘ ਜੀ ਨੂੰ ਜਦੋਂ ਕਲਗੀਧਰ ਕਹਿੰਦੇ ਆ ਜਾਓ ਲੜੋ ਹਾਥੀ ਨਾਲ ਜਾ ਕੇ,
ਤੇ ਭਾਈ ਬਚਿੱਤਰ ਸਿੰਘ ਜੀ ਕਹਿੰਦੇ ਆ, ਮਹਾਰਾਜ ਮੈਂ ਤਾਂ ਇੱਕ ਬਹਾਨਾ ਹਾਂ, ਕਰਤਾ ਤਾਂ ਤੁਸੀਂ ਹੋ, ਮਾਰਨਾ ਤਾਂ ਤੁਸੀਂ ਆ ਹਾਥੀ। ਮੈਂ ਤਾਂ ਇੱਕ ਬਹਾਨਾ ਹਾਂ ਕਿ ਮੈਨੂੰ ਤੁਸੀਂ ਵਡਿਆਈ ਦੇਣੀ ਇਸ ਲੋਕ ਵਿੱਚ ਵੀ ਤੇ ਪ੍ਰਲੋਕ ਦਾ ਸੁੱਖ ਵੀ ਬਖਸ਼ਣਾ। ਕਾਰਜ ਤੁਹਾਡਾ, ਕਰਨਾ ਤੁਸੀਂ ਆ, ਮੈਂ ਤਾਂ ਵਿੱਚ ਇੱਕ ਬਹਾਨਾ ਹੀ ਬਣ ਰਿਹਾ ਮਹਾਰਾਜ। ਇਹ ਗੁਰਸਿੱਖ ਦੀ ਬਿਰਤੀ ਹੈ। ਗੁਰਸਿੱਖ ਆਪਣੇ ਅੰਦਰ ਇਸ ਤਰ੍ਹਾਂ ਦਾ ਭਾਵ ਰੱਖਦਾ ਕਿ ਜੋ ਕੁਝ ਹੋਇਆ ਜਾਂ ਹੋ ਰਿਹਾ ਜਾਂ ਹੋਵੇਗਾ, ਇਸ ਦਾ ਕਰਤਾ ਵਾਹਿਗੁਰੂ ਪਰਮੇਸ਼ਰ ਹੈ। ਹੰਸ ਸੇ ਹੰਸਾ ਕੋਟ ਕੋਟੰਤਰ ਪਾਪਾਂ ਕੇਰੇ, ਏਕ ਘੜੀ ਮੈਂ ਖੋਵੈ। ਕਰੋੜਾਂ ਪਾਪਾਂ ਦੇ ਕਿਲੇ, ਕੋਟ ਨਾਮ ਹੁੰਦਾ, ਕਰੋੜਾਂ ਪਾਪਾਂ ਦੇ ਕਿਲੇ ਜਿਹੜੇ ਢੇਰਾਂ ਦੇ ਢੇਰ ਲੱਗੇ ਪਏ ਨੇ ਪਾਪਾਂ ਦੇ। ਕੋਈ ਇੱਕ ਜਨਮ ਦਾ ਪਾਪ ਤਾਂ ਨਹੀਂ ਸਾਡੇ ਹਿਰਦੇ ਵਿੱਚ, ਜਨਮਾਂ ਜਨਮਾਂ ਦੇ ਪਾਪਾਂ ਦੇ ਢੇਰ ਨੇ। ਹੇ ਵਾਹਿਗੁਰੂ, ਤੂੰ ਐਡਾ ਸਮਰੱਥ ਹੈ ਕਿ ਇੱਕ ਘੜੀ ਦੇ ਵਿੱਚ ਉਹਨਾਂ ਵੱਡਿਆਂ ਤੋਂ ਵੱਡੇ ਪਾਪਾਂ ਦੇ ਕਿਲਿਆਂ ਨੂੰ ਢਾਹ ਕੇ ਢੇਰੀ ਕਰ ਦੇਣ ਵਾਲਾ, ਖਤਮ ਕਰ ਦੇਣ ਵਾਲਾ। ਕੌਡੇ ਨੇ ਕੋਈ ਸਾਰੀ ਜ਼ਿੰਦਗੀ ਵਿੱਚ ਥੋੜੇ ਪਾਪ ਨਹੀਂ ਸਨ ਕੀਤੇ, ਪਤਾ ਨਹੀਂ ਕਿੰਨੇ ਜਿਉਂਦੇ ਬੰਦਿਆਂ ਨੂੰ ਮਾਰ ਕੇ ਖਾ ਗਿਆ ਹੋਵੇਗਾ। ਤਦੇ ਉਹਨੂੰ ਰਾਖਸ਼ ਕਿਹਾ ਜਾਂਦਾ। ਆਦਮ ਖਾਣਾ ਸੀ, ਬੰਦੇ ਖਾਣਾ ਸੀ, ਕਿੰਨੇ ਮਨੁੱਖਾਂ ਨੂੰ ਮਾਰ ਕੇ ਖਾ ਗਿਆ ਹੋਵੇਗਾ। ਇਸੇ ਜਨਮ ਦੇ ਹੀ ਕਿੰਨੇ ਪਾਪ ਸਨ, ਪਿਛਲੇ ਜਨਮਾਂ ਦੇ ਖਬਰੇ ਕਿੰਨੇ ਹੋਣਗੇ, ਜਿਸ ਕਰਕੇ ਇਹਨੂੰ ਇਹੋ ਜਿਹੀ ਕਰੂਰ ਜੂਨੀ ਮਿਲੀ, ਭਿਆਨਕ ਜੂਨੀ ਮਿਲੀ। ਜਬਲਪੁਰ ਦੀ ਧਰਤੀ ਤੇ ਜਗਤ ਗੁਰੂ ਬਾਬਾ ਜੀ ਜਦੋਂ ਜਾ ਕੇ ਕੌਡੇ ਨੂੰ ਮਿਲਦੇ ਨੇ, ਆਹਾ, ਉਹਦੇ ਕਰੋੜਾਂ ਜਨਮਾਂ ਦੇ ਕੀਤੇ ਹੋਏ ਪਾਪ ਆਪਣੇ ਬਚਨਾਂ ਨਾਲ ਬਸ ਇਤਨਾ ਹੀ ਕਹਿੰਦੇ ਨੇ, ਤਪਤ ਕੜਾਹਾ ਬੁੱਝ ਗਿਆ ਵਾਲੀ ਖੇਡ ਵਰਤਾਉਂਦੇ ਨੇ। ਉਹਦੇ ਜਨਮਾਂ ਜਨਮਾਂ ਦੇ ਕੀਤੇ ਪਾਪ ਨਸ਼ਟ ਭ੍ਰਸ਼ਟ ਹੋ ਜਾਂਦੇ ਆ। ਸਤਿਗੁਰਾਂ ਵਿੱਚ ਇਹ ਸਮਰੱਥ ਹੈ, ਗੁਰੂ ਵਿੱਚ ਇਹ ਕਲਾ ਹੈ ਕਿ ਕਰੋੜਾਂ ਜਨਮਾਂ ਦੇ ਕੀਤੇ ਹੋਏ ਪਾਪ ਕੱਟੇ ਜਾਂਦੇ ਨੇ। ਜਦੋਂ ਕੌਡੇ ਨੇ ਵੇਖਿਆ ਤਪਦਾ ਕੜਾਇਆ ਬੁੱਝ ਗਿਆ, ਭੱਜ ਕੇ ਸ਼ੀਸ਼ਾ ਲੈ ਕੇ ਆਇਆ। ਉਹ ਸ਼ੀਸ਼ਾ ਬੜਾ ਅਦਭੁਤ ਸ਼ੀਸ਼ਾ ਸੀ, ਜਿਸ ਦਾ ਸਰਾਪਿਆ ਹੋਇਆ ਸੀ। ਉਹਨੇ ਕਿਹਾ ਸੀ ਵੀ ਇਹ ਸ਼ੀਸ਼ੇ ਵਿੱਚ ਜਿਸ ਦਾ ਸਹੀ ਸਰੂਪ ਉਹਦਾ ਦਿਸ ਜਾਏ, ਉਹੀ ਤੈਨੂੰ ਤਾਰੇਗਾ। ਇਸੇ ਕਰਕੇ ਬੰਦੇ ਫੜਦਾ ਸੀ, ਉਹਨਾਂ ਦਾ ਮੂੰਹ ਸ਼ੀਸ਼ੇ ਵਿੱਚ ਵੇਖਦਾ ਸੀ। ਕਿਸੇ ਦਾ ਕੁੱਤੇ ਵਰਗਾ ਮੂੰਹ ਦਿਸਦਾ ਸੀ, ਕਿਸੇ ਦਾ ਸੂਰ ਵਰਗਾ ਦਿਸਦਾ ਸੀ, ਕਿਸੇ ਦਾ ਬਾਂਦਰ ਵਰਗਾ, ਕਿਸੇ ਦਾ ਸੱਪ। ਮਨੁੱਖ ਦਾ ਸਰੂਪ ਨਹੀਂ ਸੀ ਦਿਸਦਾ। ਪਰ ਜਦੋਂ ਜਗਤ ਗੁਰੂ ਪਾਤਸ਼ਾਹ ਦੇ ਸਾਹਮਣੇ ਉਹ ਸ਼ੀਸ਼ਾ ਰੱਖਿਆ ਹੈ ਕੌਡੇ ਨੇ, ਤੇ ਮੇਰੇ ਪਾਤਸ਼ਾਹ ਦਾ ਇਨ ਬਿਨ ਉਹੀ ਸਰੂਪ ਉਹਦੇ ਵਿੱਚ ਦਿਸਿਆ ਜੋ ਦਿਸ ਰਿਹਾ ਸੀ। ਕੌਡਾ ਚਰਨੀ ਢਹਿ ਪਿਆ। ਇਹੀ ਰੱਬ ਨੇ, ਇਹੀ ਮੇਰੇ ਮੁਕਤੀ ਦਾਤੇ ਨੇ। ਜਿੰਨੇ ਮਨੁੱਖਾਂ ਦੇ ਮੂੰਹ ਪਹਿਲਾਂ ਸ਼ੀਸ਼ੇ 'ਚ ਵੇਖੇ ਸਨ, ਕੋਈ ਕੁੱਤੇ ਦਾ ਮੂੰਹ ਵੇਖਦਾ ਸੀ, ਕਿਸੇ ਦਾ ਸੂਰ ਦਾ ਦਿਸਦਾ ਸੀ, ਕਿਸੇ ਦਾ ਬਾਂਦਰ, ਕਿਸੇ ਦਾ ਸੱਪ, ਕਿਸੇ ਦਾ ਗਧਾ। ਦਰਅਸਲ ਉਹ ਹੈਣ ਤਾਂ ਮਨੁੱਖ ਸੀ, ਪਰ ਉਹਨਾਂ ਦੀਆਂ ਕਰਤੂਤਾਂ ਜਿਹੋ ਜਿਹੇ ਪਸ਼ੂ ਵਰਗੀਆਂ ਸਨ। ਸ਼ੀਸ਼ੇ 'ਚ ਉਹੀ ਪਸ਼ੂ ਉਹਨਾਂ ਦਾ ਦਿਸਦਾ ਸੀ ਸਰੂਪ, ਪਸ਼ੂ ਬਣ ਕੇ। ਕਰਤੂਤ ਪਸ਼ੂ ਕੀ ਮਾਨਸ ਜਾਤ। ਪਰ ਜਦੋਂ ਪਾਤਸ਼ਾਹ ਦਾ ਸਵਰੂਪ ਵੇਖਿਆ, ਉਹੀ ਸਵਰੂਪ, ਨੂਰਾਨੀ ਚਿਹਰਾ ਸ਼ੀਸ਼ੇ ਵਿੱਚ ਵੀ ਦਿਸ ਰਿਹਾ ਜੋ ਬਾਹਰ ਹੈ। ਚਰਨੀ ਢਹਿ ਪਿਆ ਤੇ ਗੁਰਦੇਵ ਨੇ ਕਰੋੜਾਂ ਪਾਪ, ਜਨਮਾਂ ਜਨਮਾਂ ਦੇ ਜਿਹੜੇ ਢੇਰ ਲੱਗੇ ਸਨ ਕੌਡੇ ਅੰਦਰ, ਸਾਰੇ ਹੀ ਇੱਕ ਘੜੀ ਮਾਤਰ ਦੇ ਸਮੇਂ ਵਿੱਚ ਦੂਰ ਕਰ ਦਿੱਤੇ। ਐਸੇ ਸਮਰੱਥ ਨੇ ਸਤਿਗੁਰੂ ਜੀ। ਹੰਸ ਸੇ ਹੰਸਾ ਬੱਗ ਸੇ ਬੱਗਾ, ਘਟ ਘਟ ਕਰੇ ਵਿਚਾਰ ਜਿਉ। ਜਿਹੜਾ ਘਟ ਘਟ ਦੇ ਵਿੱਚ ਇਸ ਗੱਲ ਦੀ ਵਿਚਾਰ ਕਰਦਾ ਹੈ ਕਿ ਘਟ ਘਟ ਵਿੱਚ ਰੱਬ ਵਸਦਾ, ਘਟ ਘਟ 'ਚ ਪਰਮੇਸ਼ਰ ਵਸਦਾ, ਇਸ ਗੱਲ ਨੂੰ ਵਿਚਾਰ ਲੈਂਦਾ। ਬੱਗ ਸੇ ਬੱਗਾ, ਬਗਲਿਆਂ ਵਿੱਚ ਬਗਲਾ ਯਾਨੀ ਕਿ ਕਾਂ,
ਬਗਲੇ ਨਾਲੋਂ ਵੀ ਨੀਚ ਕਾਂ ਹੋਏਗਾ ਨਾ। ਬਗਲਿਆਂ ਨਾਲੋਂ ਵੀ ਨੀਚ ਜੋ ਕਾਂ ਬਿਰਤੀ ਦੇ ਲੋਕ ਨੇ, ਜਦੋਂ ਉਹ ਵਿਚਾਰ ਕਰਨ ਲੱਗ ਪੈਣ ਕਿ ਸਭ ਘਟ ਵਿੱਚ ਬ੍ਰਹਮ ਹੈ, ਹੰਸ ਸੇ ਹੰਸਾ, ਕਹਿੰਦੇ ਉਹ ਕਾਵਾਂ ਤੋਂ ਹੰਸ ਬਣ ਜਾਂਦੇ ਨੇ। ਔਰ ਹੰਸ ਵੀ ਸਧਾਰਨ ਹੰਸ ਨਹੀਂ, ਪਰਮ ਹੰਸ ਹੋ ਜਾਂਦੇ ਨੇ। ਹੰਸਾਂ ਵਿੱਚੋਂ ਵੀ ਸ਼੍ਰੋਮਣੀ ਹੰਸ, ਪਰਮ ਹੰਸ, ਪਰਮ ਵਿਵੇਕੀ ਹੋ ਜਾਂਦੇ ਨੇ, ਵਿਚਾਰਵਾਨ ਹੋ ਜਾਂਦੇ ਨੇ ਕਿ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਇੱਕੋ ਹੀ ਹੈ ਜੋ ਸਾਰਿਆਂ ਵਿੱਚ ਵਰਤ ਰਿਹਾ ਹੈ। ਹਾਂਜੀ। ਤੂੰ ਸਭਨੀ ਥਾਈ ਜਿੱਥੈ ਹੋ ਜਾਈ, ਸਾਚਾ ਸਿਰਜਣਹਾਰ ਜੀਓ। ਇੱਕ ਵਿਦਵਾਨ ਨੇ ਇਸ ਪੰਕਤੀ ਦਾ ਅਰਥ ਇਸ ਤਰ੍ਹਾਂ ਵੀ ਕੀਤਾ ਕਿ ਹੰਸਾਂ ਵਿੱਚੋਂ ਜਿਹੜੇ ਸ੍ਰੇਸ਼ਟ ਹੰਸ ਨੇ ਤੇ ਬਗਲਿਆਂ ਵਿੱਚੋਂ ਜਿਹੜੇ ਬਗਲੇ ਨੀਚ ਬਿਰਤੀ ਦੇ ਲੋਕ ਨੇ, ਵਾਹਿਗੁਰੂ ਪਰਮੇਸ਼ਰ ਸਾਰਿਆਂ ਦੀ ਵਿਚਾਰ ਕਰਕੇ ਸਭ ਨੂੰ ਪਾਲਦਾ ਹੈ। ਪਾਪੀਆਂ ਨੂੰ ਵੀ ਪਾਲਦਾ ਤੇ ਧਰਮੀਆਂ ਨੂੰ ਵੀ ਪਾਲਦਾ, ਪੁੰਨੀਆਂ ਨੂੰ ਵੀ ਪਾਲਦਾ, ਅਧਰਮੀਆਂ ਨੂੰ ਵੀ ਪਾਲਦਾ। ਹੇ ਵਾਹਿਗੁਰੂ, ਮੈਂ ਜਿੱਥੇ ਵੀ ਜਾਂਦਾ ਹਾਂ ਤੂੰ ਉੱਥੇ ਹੀ ਹਾਜ਼ਰ ਹੈ। ਤੂੰ ਸਭਨੀ ਥਾਈਂ, ਹਰ ਜਗ੍ਹਾ ਤੇ ਹੈ, ਹਰ ਜ਼ਰਰੇ ਵਿੱਚ ਹੈ। ਹੇ ਸੱਚੇ ਸਿਰਜਣਹਾਰ ਜੀਓ। ਜਿਨ ਇੱਕ ਮਨ ਧਿਆਇਆ, ਤਿਨ ਸੁਖ ਪਾਇਆ, ਤੇ ਵਿਰਲੇ ਸੰਸਾਰ ਜੀਓ। ਜਿਨ੍ਹਾਂ ਨੇ ਇੱਕ ਮਨ ਹੋ ਕੇ ਵਾਹਿਗੁਰੂ ਪਰਮੇਸ਼ਰ ਨੂੰ ਧਿਆਇਆ, ਇੱਕ ਮਨ ਹੋ ਕੇ, ਇੱਕ ਚਿੱਤ ਹੋ ਕੇ। ਇੱਥੇ ਇੱਕ ਮਨ ਕਹਿ ਰਹੇ ਨੇ, ਇਹਦਾ ਮਤਲਬ ਮਨ ਬਹੁਤ ਹੁੰਦੇ ਨੇ। ਤਦੇ ਕਿਹਾ ਨਾ ਇੱਕ ਮਨ ਹੋ ਕੇ ਧਿਆਉਣਾ। ਜਿੰਨੇ ਫੁਰਨੇ ਨੇ ਓਨੇ ਹੀ ਮਨ ਨੇ। ਮੇਰੇ ਦੋ ਮਨ ਨੇ, ਇਹ ਕੰਮ ਕਰਾਂ ਕਿ ਨਾ ਕਰਾਂ। ਅਕਸਰ ਆਪਾਂ ਕਹਿੰਦੇ ਸੁਣਦੇ, ਦੋ ਮਨ ਹੋ ਰਹੇ ਨੇ। ਕੋਈ ਕਹਿੰਦਾ ਤਿੰਨ ਮਨਾਂ ਜਾ ਹੋ ਰਿਹਾ, ਤਿੰਨ ਗੱਲਾਂ ਚੱਲ ਰਹੀਆਂ ਨੇ ਮਨ 'ਚ, ਇਹ ਕਰਾਂ, ਇਹ ਕਰਾਂ ਕਿ ਇਹ ਕਰਾਂ। ਯਾਨੀ ਕਿ ਮਨ ਜਿੰਨੇ ਫੁਰਨੇ ਨੇ ਓਨੇ ਹੀ ਮਨ ਨੇ। ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਇੱਕ ਮਨ ਹੋ ਕੇ ਧਿਆਇਆ, ਕਿ ਇੱਕੋ ਹੀ ਮਨ ਹੈ, ਦੂਜਾ ਮਨ ਨਹੀਂ ਨੇੜੇ ਆਉਣ ਦਿੱਤਾ। ਯਾਨੀ ਕਿ ਦੂਸਰਾ ਕੋਈ ਫੁਰਨਾ ਉੱਠਣ ਹੀ ਨਹੀਂ ਦਿੱਤਾ। ਇੱਕ ਮਨ ਹੋ ਕੇ ਪੂਰਨ ਤੌਰ ਤੇ। ਤਿੰਨ ਸੁਖ ਪਾਇਆ, ਉਹਨਾਂ ਨੇ ਆਤਮਿਕ ਸੁਖ ਪ੍ਰਾਪਤ ਕੀਤਾ, ਆਤਮਿਕ ਖੇੜਾ ਪ੍ਰਾਪਤ ਕੀਤਾ। ਜਿਨ ਇੱਕ ਮਨ ਧਿਆਇਆ, ਤਿੰਨ ਸੁਖ ਪਾਇਆ, ਉਹਨਾਂ ਨੇ ਆਤਮਿਕ ਸੁਖ ਪਾਇਆ। ਤੇ ਵਿਰਲੇ ਸੰਸਾਰ ਜੀਓ, ਉਹ ਇਹ ਸੰਸਾਰ ਦੇ ਵਿੱਚ ਵਿਰਲੇ ਨੇ। ਇੱਕ ਮਨ ਧਿਆਉਣ ਵਾਲੇ, ਸੁਖ ਪਾਉਣ ਵਾਲੇ, ਆਤਮਿਕ ਸੁਖ ਨੂੰ ਪਾਉਣ ਵਾਲੇ ਇਹ ਸੰਸਾਰ ਦੇ ਵਿੱਚ ਵਿਰਲੇ ਹਨ। ਤਿਨ ਜਮ ਨੇੜ ਨਾ ਆਵੈ, ਗੁਰ ਸ਼ਬਦ ਕਮਾਵੈ, ਕਬ ਹੋ ਨਾ ਆਵੈ ਹਾਰ ਜੀਓ। ਜਿਹੜੇ ਗੁਰ ਸ਼ਬਦ ਦੀ ਕਮਾਈ ਕਰਦੇ ਨੇ, ਗੁਰ ਸ਼ਬਦ ਦਾ ਅਭਿਆਸ ਕਰਦੇ ਨੇ, ਪਾਤਸ਼ਾਹ ਕਹਿੰਦੇ ਉਹਨਾਂ ਦੇ ਜਮ ਨੇੜੇ ਨਹੀਂ ਆਉਂਦੇ। ਤਿੰਨ ਜਮ ਨੇੜ ਨਾ ਆਵੈ, ਕਿਹਨਾਂ ਦੇ ਨੇੜੇ ਨਹੀਂ ਆਉਂਦੇ? ਗੁਰ ਸ਼ਬਦ ਕਮਾਵੈ, ਜਿਹੜੇ ਗੁਰ ਸ਼ਬਦ ਦੀ ਕਮਾਈ ਕਰਦੇ। ਔਰ ਗੁਰ ਸ਼ਬਦ ਦੀ ਕਮਾਈ ਕਰਨ ਵਾਲੇ ਕਬਹੂ ਨਾ ਆਵਹਿ ਹਾਰ ਜੀਓ, ਉਹ ਕਦੇ ਵੀ ਆਪਣੇ ਮਨੁੱਖਾ ਜਨਮ ਦੀ ਬਾਜੀ ਨੂੰ ਹਾਰ ਕੇ ਨਹੀਂ ਆਉਂਦੇ। ਗੁਰ ਸ਼ਬਦ ਨੂੰ ਕਮਾਉਣ ਵਾਲੇ, ਗੁਰ ਸ਼ਬਦ ਦਾ ਅਭਿਆਸ ਕਰਨ ਵਾਲੇ, ਸ਼ਬਦ ਅਭਿਆਸੀ ਗੁਰਸਿੱਖ। ਸ਼ਬਦ ਅਭਿਆਸੀ ਬਣਨਾ, ਉਹਦੇ ਲਈ ਬਾਰੰਬਾਰ ਸ਼ਬਦ ਦੀ ਆਰਾਧਨਾ ਕਰਨੀ ਪੈਂਦੀ ਹੈ। ਬਾਰੰਬਾਰ ਗੁਰ ਸ਼ਬਦ ਦੀ ਕਮਾਈ ਕਰਨ ਵਾਲੇ ਗੁਰਸਿੱਖ, ਜਿਹੜੇ ਉਸ ਸ਼ਬਦ ਅਨੁਸਾਰ ਆਪਣੇ ਜੀਵਨ ਨੂੰ ਢਾਲਦੇ ਨੇ, ਪਾਤਸ਼ਾਹ ਕਹਿੰਦੇ ਤਿਨਾਂ ਦੇ ਜਮ ਨੇੜੇ ਨਹੀਂ ਆਉਂਦੇ। ਉਹ ਕਦੇ ਵੀ ਆਪਣੇ ਜਨਮ ਦੀ ਬਾਜੀ ਨੂੰ ਹਾਰਦੇ ਨਹੀਂ। ਤੇ ਕਬਹੁ ਨਾ ਹਾਰ ਹੈ, ਹਰ ਹਰ ਗੁਣ ਸਾਰ, ਤਿਨ ਜਮ ਨੇੜ ਨਾ ਆਵੈ। ਉਹ ਕਦੇ ਨਹੀਂ ਹਾਰਦੇ ਆਪਣੇ ਇਸ ਜਨਮ ਦੀ ਬਾਜੀ ਨੂੰ। ਕੌਣ? ਜਿਹੜੇ ਹਰੀ ਦੇ ਗੁਣਾਂ ਨੂੰ ਸਾਰਹਿ ਸੰਭਾਲਦੇ ਹਨ, ਹਰੀ ਦੇ ਗੁਣਾਂ ਨੂੰ ਗਾਇਨ ਕਰਦੇ ਨੇ, ਉਹ ਕਦੇ ਨਹੀਂ ਹਾਰਦੇ। ਔਰ ਫਿਰ ਜਮ ਵੀ
ਉਹਨਾਂ ਦੇ ਨੇੜੇ ਨਹੀਂ ਆਉਂਦੇ। ਜੰਮਣ ਮਰਨ ਤਿਨਾ ਕਾ ਚੁਕਾ, ਜੋ ਹਰ ਲਾਗੇ ਪਾਵੈ। ਜਿਹੜੇ ਹਰੀ ਦੇ ਪਾਵੈ ਕਹੀਏ ਚਰਣੀ ਲੱਗੇ ਨੇ, ਉਹਨਾਂ ਦਾ ਜੰਮਣਾ ਤੇ ਮਰਨਾ ਚੁੱਕਿਆ ਗਿਆ, ਦੂਰ ਹੋ ਗਿਆ। ਜੰਮਣ ਮਰਨ ਨਾ ਤਿੰਨ ਕੋ, ਜੋ ਹਰ ਲੜ ਲਾਗੇ। ਜਿਹੜੇ ਹਰੀ ਵਾਹਿਗੁਰੂ ਪਰਮੇਸ਼ਰ ਦੇ ਚਰਨੀ ਲੱਗ ਗਏ, ਉਹਨਾਂ ਨੂੰ ਜੰਮਣਾ ਮਰਨਾ ਨਹੀਂ ਪੈਂਦਾ। ਉਹ ਜਨਮ ਮਰਨ ਦੇ ਚੱਕਰਾਂ 'ਚ ਨਹੀਂ ਪੈਂਦੇ। ਉਹ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ। ਉਹ ਜਨਮ ਮਰਨ ਤੋਂ ਮੁਕਤ ਹੋ ਜਾਂਦੇ ਹਨ। ਇਸ ਕਰਕੇ ਜਿਨ੍ਹਾਂ ਨੇ ਵੀ ਸਾਹਿਬ ਦੇ ਚਰਨਾਂ ਦਾ ਆਸਰਾ ਆਪਣੇ ਹਿਰਦੇ 'ਚ ਧਾਰਨ ਕੀਤਾ, ਉਹ ਜਨਮ ਮਰਨ ਤੋਂ ਮੁਕਤ ਹਨ। ਗੁਰਮਤਿ ਹਰ ਰਸ ਹਰ ਫਲ ਪਾਇਆ, ਹਰ ਹਰ ਨਾਮ ਉਰ ਧਾਰ ਜਿਉ। ਗੁਰੂ ਦੀ ਮੱਤ ਦੁਆਰਾ ਜਿਨ੍ਹਾਂ ਨੇ ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਰਸ ਨੂੰ ਆਪਣੇ ਹਿਰਦੇ 'ਚ ਮਾਣਿਆ, ਉਹਨਾਂ ਨੇ ਹੀ ਹਰੀ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਰੂਪੀ ਫਲ ਦੀ ਪ੍ਰਾਪਤੀ ਕੀਤੀ ਹੈ। ਔਰ ਹਰੀ ਵਾਹਿਗੁਰੂ ਪਰਮੇਸ਼ਰ ਦਾ ਅੰਮ੍ਰਿਤ ਨਾਮ ਉਹਨਾਂ ਗੁਰਮੁਖਾਂ ਨੇ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਹੈ। ਜਿਨ ਇੱਕ ਮਨ ਧਿਆਇਆ, ਤਿਨ ਸੁਖ ਪਾਇਆ, ਤੇ ਵਿਰਲੇ ਸੰਸਾਰ ਜਿਉ। ਜਿਨ੍ਹਾਂ ਨੇ ਇੱਕ ਮਨ ਇੱਕ ਚਿੱਤ ਹੋ ਕੇ ਵਾਹਿਗੁਰੂ ਪਰਮੇਸ਼ਰ ਨੂੰ ਧਿਆਇਆ, ਉਹਨਾਂ ਨੇ ਆਤਮਿਕ ਸੁਖ ਪ੍ਰਾਪਤ ਕੀਤਾ ਹੈ। ਔਰ ਉਹ ਸੰਸਾਰ ਦੇ ਵਿੱਚ ਇਹੋ ਜਿਹੇ ਗੁਰਮੁਖ ਵਿਰਲੇ ਹਨ। ਜਿਨ ਜਗਤ ਉਪਾਇਆ, ਧੰਦਾ ਲਾਇਆ, ਤਿਸ ਵਿਟਹੁ ਕੁਰਬਾਨ ਜਿਉ। ਜਿਸ ਵਿਧਾਤੇ ਨੇ ਇਸ ਜਗਤ ਦੀ ਉਤਪਤੀ ਕੀਤੀ ਹੈ, ਉਹੀ ਇਹ ਸਾਰੇ ਜਗਤ ਨੂੰ ਧੰਦਿਆਂ ਵਿੱਚ ਲਾਉਣ ਵਾਲਾ ਹੈ। ਜਿਤਨੇ ਸੰਸਾਰ ਦੇ ਧੰਦੇ ਨੇ, ਇਹਨਾਂ ਵਿੱਚ ਵਾਹਿਗੁਰੂ ਪਰਮੇਸ਼ਰ ਨੇ ਇਹਨਾਂ ਜੀਵਾਂ ਨੂੰ ਪੈਦਾ ਕਰਕੇ ਲਾਇਆ ਹੋਇਆ। ਤੇ ਜਿਸ ਨੇ ਪੈਦਾ ਕਰਕੇ ਧੰਦਿਆਂ ਵਿੱਚ ਲਾਇਆ ਹੋਇਆ, ਮੈਂ ਤਿਸ ਵਾਹਿਗੁਰੂ ਪਰਮੇਸ਼ਰ ਤੋਂ ਕੁਰਬਾਨ ਜਾਂਦਾ ਹਾਂ। ਮੈਂ ਤਿਸ ਅਕਾਲ ਪੁਰਖ ਪਰਮੇਸ਼ਰ ਤੋਂ ਵਾਰੇ-ਵਾਰੇ ਜਾਂਦਾ ਹਾਂ। ਤਾ ਕੀ ਸੇਵ ਕਰੀਜੈ, ਲਾਹਾ ਲੀਜੈ, ਹਰ ਦਰਗਹ ਪਾਈਐ ਮਾਨ ਜਿਉ। ਇਹ ਭਾਈ ਉਸ ਦੀ ਸੇਵਾ ਕਰੀਏ ਔਰ ਉਸ ਦੀ ਸੇਵਾ ਕਰਕੇ ਲਾਹਾ ਪ੍ਰਾਪਤ ਕਰੀਏ। ਜਿਹੜੇ ਤਿਸ ਵਾਹਿਗੁਰੂ ਪਰਮੇਸ਼ਰ ਦੀ ਸੇਵਾ ਕਰਕੇ ਲਾਹਾ ਪ੍ਰਾਪਤ ਕਰਦੇ ਹਨ, ਉਹੀ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਵਿੱਚ ਮਾਣ ਪਾਉਂਦੇ ਹਨ। ਹਰ ਦਰਗਹ ਪਾਈਐ ਮਾਣ ਜਿਉ। ਉਹੀ ਹਰੀ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਵਿੱਚ ਮਾਣ ਪਾਉਂਦੇ ਹਨ। ਹਰ ਦਰਗਹ ਮਾਨ ਸੋਈ ਜਨ ਪਾਵੈ, ਜੋ ਨਰ ਏਕ ਪਛਾਣੈ। ਜਿਹੜੇ ਉਸ ਇੱਕ ਅਕਾਲ ਪੁਰਖ ਪਰਮੇਸ਼ਰ ਨੂੰ ਪਛਾਣ ਲੈਂਦੇ ਹਨ, ਉਹੀ ਉਸ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਵਿੱਚ ਮਾਣ ਹਾਸਲ ਕਰਦੇ ਹਨ। ਉਹ ਨਵ ਨਿਧ ਪਾਵੈ, ਗੁਰਮਤਿ ਹਰ ਧਿਆਵੈ, ਨਿਤ ਹਰ ਗੁਣ ਆਖ ਵਖਾਣੈ। ਜਿਹੜਾ ਵੀ ਜਗਿਆਸੂ ਗੁਰੂ ਦੀ ਮੱਤ ਲੈ ਕੇ ਹਰੀ ਨੂੰ ਧਿਆਉਂਦਾ ਹੈ ਤੇ ਹਰੀ ਦੇ ਗੁਣ ਗਾਉਂਦਾ ਹੈ, ਹਰੀ ਦੇ ਗੁਣਾਂ ਨੂੰ ਆਖਦਾ ਹੈ, ਹਰੀ ਦੇ ਗੁਣਾਂ ਦੀ ਵਿਆਖਿਆ ਕਰਦਾ ਹੈ, ਗੁਰੂ ਦੀ ਮੱਤ ਲੈ ਕੇ, ਮਹਾਰਾਜ ਜੀ ਕਹਿੰਦੇ ਉਹਨਾਂ ਨੂੰ 9 ਨਿਧੀਆਂ ਦੇ ਖਜ਼ਾਨੇ ਪ੍ਰਾਪਤ ਹੋ ਜਾਂਦੇ ਨੇ। ਉਹ ਨਵ ਨਿਧ ਭਾਵ ਹੈ, 9 ਨਿਧਾਂ ਉਹਨਾਂ ਨੂੰ ਪ੍ਰਾਪਤ ਹੋ ਜਾਂਦੀਆਂ ਹਨ। ਗੁਰੂ ਦੀ ਮੱਤ ਲੈ ਕੇ ਜਿਹੜੇ ਹਰੀ ਨੂੰ ਧਿਆਉਂਦੇ ਨੇ ਔਰ ਨਿਤ ਹਰੀ ਦੇ ਗੁਣਾਂ ਨੂੰ ਗਾਉਂਦੇ ਹਨ। ਅਹਨਿਸ ਨਾਮ ਤਿਸੈ ਕਾ ਲੀਜੈ, ਹਰਿ ਊਤਮ ਪੁਰਖ ਪ੍ਰਧਾਨ ਜਿਉ। ਰਾਤ ਦਿਨ ਉਸੇ ਵਾਹਿਗੁਰੂ ਪਰਮੇਸ਼ਰ ਦਾ ਹੀ ਨਾਮ ਲਈਏ, ਉਸੇ ਦਾ ਨਾਮ ਧਿਆਈਏ, ਜਿਹੜਾ ਹਰੀ ਸਭ ਤੋਂ ਉੱਤਮ ਹੈ, ਸਾਰਿਆਂ ਵਿੱਚ ਪੂਰਿਆ ਹੋਇਆ ਹੈ ਔਰ ਸਾਰੇ ਜਗਤ ਦਾ ਪ੍ਰਧਾਨ ਮਾਲਕ ਸੁਆਮੀ ਹੈ। ਜਿਨ ਜਗਤ ਉਪਾਇਆ, ਧੰਦਾ ਲਾਇਆ, ਹਉ ਤਿਸੈ ਵਿਟਹੁ ਕੁਰਬਾਨ ਜਿਉ। ਜਿਸ ਨੇ ਜਗਤ ਪੈਦਾ ਕਰਕੇ ਸਾਰੇ ਜਗਤ ਦੇ ਜੀਵਾਂ ਨੂੰ ਧੰਦਿਆਂ ਵਿੱਚ ਲਾਇਆ ਹੋਇਆ ਹੈ, ਮੈਂ ਤਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਕੁਰਬਾਨ ਜਾਂਦਾ ਹਾਂ, ਵਾਰੇ-ਵਾਰੇ ਜਾਂਦਾ ਹਾਂ। ਨਾਮ ਲੈਨ ਸੇ ਸੋਹ, ਤਿਨ ਸੁਖ ਫਲ ਹੋਵਹਿ,
ਮਨ ਹੈ ਸਿਜਣ ਜਾਹੇ ਜੀਓ। ਜਿਹੜੇ ਮਾਈ ਭਾਈ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਲੈਂਦੇ ਹਨ, ਪਾਤਸ਼ਾਹ ਕਹਿੰਦੇ ਉਹ ਸੋਭਨੀਕ ਹੋ ਜਾਂਦੇ ਹਨ। ਨਾਮ ਲੈਣ ਸੇ ਸੋਹ ਹੈ, ਜਿਹੜੇ ਨਾਮ ਲੈਂਦੇ ਆ ਵਾਹਿਗੁਰੂ ਦਾ ਉਹ ਸ਼ੋਭਨੀਕ ਹੁੰਦੇ ਆ, ਉਹੀ ਸ਼ੋਭਦੇ ਆ। ਫਿਰ ਤਿੰਨ ਸੁਖ ਫਲ ਹੋਵੈ, ਉਹਨਾਂ ਨੂੰ ਸੁਖ ਫਲ ਪ੍ਰਾਪਤ ਹੁੰਦਾ ਹੈ। ਮਨ ਹੈ ਸਿਜਣ ਜਾਹੇ ਜੀਓ, ਜਿਹੜੇ ਨਾਮ ਨੂੰ ਮੰਨਦੇ ਨੇ ਵੀ ਹਾਂ ਇਹ ਨਾਮ ਹੀ ਮੁਕਤੀ ਫਲ ਵਰਦਾਤਾ ਹੈ, ਉਹ ਆਪਣੇ ਇਸ ਜਨਮ ਦੀ ਬਾਜੀ ਨੂੰ ਜਿੱਤ ਜਾਂਦੇ ਹਨ। ਨਾਮ ਲੈਣ ਵਾਲੇ ਸੋਭਦੇ ਨੇ ਔਰ ਉਹਨਾਂ ਨੂੰ ਸੁਖ ਫਲ ਪ੍ਰਾਪਤ ਹੁੰਦਾ ਹੈ। ਔਰ ਜਿਹੜੇ ਇਸ ਨਾਮ ਨੂੰ ਮੰਨਦੇ ਨੇ, ਪੂਜਦੇ ਨੇ, ਇਸ ਨਾਮ ਦੀ ਆਰਾਧਨਾ ਕਰਦੇ ਨੇ, ਪਾਤਸ਼ਾਹ ਕਹਿੰਦੇ ਉਹ ਆਪਣੇ ਇਸ ਜਨਮ ਦੀ ਬਾਜੀ ਨੂੰ ਜਿੱਤ ਜਾਂਦੇ ਹਨ। ਹਾਂਜੀ। ਤਿਨ ਫਲ ਤੋਟ ਨ ਆਵੈ, ਜਾ ਤਿਸ ਭਾਵੈ, ਜੇ ਜੁਗ ਕੇਤੇ ਜਾਹੇ ਜੀਓ। ਨਾਮ ਦੀ ਬਰਕਤ ਨਾਲ ਜਿਹੜਾ ਫਲ ਉਸ ਨਾਮ ਜਪਣ ਵਾਲੇ ਨੂੰ ਪ੍ਰਾਪਤ ਹੋ ਗਿਆ, ਉਹ ਫਲ ਵਿੱਚ ਤੋਟਾ ਨਹੀਂ ਆਉਂਦਾ, ਕਦੇ ਘਾਟਾ ਨਹੀਂ ਆਉਂਦਾ, ਭਾਵੇਂ ਜੁਗਾਂ ਦੇ ਜੁਗ ਬੀਤ ਜਾਣ। ਨਾਮ ਜਪਣ ਵਾਲੇ ਨੂੰ ਜਿਹੜੀਆਂ ਬਰਕਤਾਂ ਮਿਲ ਗਈਆਂ ਨਿਰੰਕਾਰ ਵਾਹਿਗੁਰੂ ਪਾਸੋਂ, ਉਹ ਬਰਕਤਾਂ ਵਿੱਚ ਤੋਟ ਨਹੀਂ ਆਉਂਦੀ, ਭਾਵੇਂ ਜੁਗਾਂ ਜੁਗਾਂ ਦਾ ਸਮਾਂ ਬੀਤ ਜਾਏ। ਪਾਤਸ਼ਾਹ ਕਹਿੰਦੇ ਜੇ ਜੁਗ ਕੇਤੇ ਜਾਹੇ, ਭਾਵੇਂ ਕਿਤੜੇ ਹੀ ਯੁੱਗ ਬੀਤ ਜਾਣ, ਕਿਤਨੇ ਹੀ ਯੁੱਗ ਬੀਤ ਜਾਣ, ਜੋ ਨਾਮ ਜਪਣ ਵਾਲੇ ਨੂੰ ਵਾਹਿਗੁਰੂ ਨੇ ਫਲ ਦਿੱਤਾ ਹੈ, ਜੋ ਨਾਮ ਜਪਣ ਵਾਲੇ ਨੂੰ ਵਾਹਿਗੁਰੂ ਨੇ ਬਰਕਤਾਂ ਦਿੱਤੀਆਂ ਨੇ, ਉਹਦੇ 'ਚ ਤੋਟਾ ਨਹੀਂ ਆਉਂਦਾ। ਕਬੀਰ ਜੀ ਦੇ ਪਾਸ ਜਿਹੜੀ ਪਰਮੇਸ਼ਰ ਦੀ ਬਰਕਤ ਹੈ, ਭਾਵੇਂ ਲੱਖਾਂ ਲੋਕ ਕਬੀਰ ਜੀ ਦੇ ਸ਼ਰਧਾਲੂ ਬਣ ਕੇ ਉਹਨਾਂ ਕੋਲੋਂ ਪ੍ਰਾਪਤ ਕਰ ਰਹੇ ਨੇ, ਸੈਂਕੜੇ ਸਾਲ ਬੀਤ ਗਏ ਨੇ, ਪਰ ਫਿਰ ਵੀ ਕਬੀਰ ਜੀ ਦੇ ਪਾਸ ਜੋ ਉਸ ਨਾਮ ਦੀ ਬਰਕਤ ਦਾ ਖਜ਼ਾਨਾ ਹੈ, ਉਹਦੇ 'ਚ ਤੋਟਾ ਨਹੀਂ ਹੈ, ਔਰ ਅੱਗੇ ਵੀ ਨਹੀਂ ਹੋਣਾ। ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ, ਸਾਹਿਬ ਦੇ ਦਰ ਘਰ ਦੀ ਸੇਵਾ ਕਰਕੇ ਜੋ ਬਰਕਤਾਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੂੰ ਪ੍ਰਾਪਤ ਹੋ ਗਈਆਂ ਨੇ, ਅੱਜ ਵੀ ਸਿੱਖਾਂ ਦੇ ਵਿੱਚ ਜਗਿਆਸਾ ਹੈ, ਬਾਬਾ ਜੀ ਦੇ ਸਤਿਕਾਰ ਵਜੋਂ ਭਾਵਨਾ ਨਾਲ ਸੀਸ ਝੁਕਾ ਕੇ ਉਹਨਾਂ ਨੂੰ ਪ੍ਰਣਾਮ ਕਰਦੇ ਹੈ। ਉਹ ਬਰਕਤਾਂ ਗੁਰਸਿੱਖਾਂ ਨੂੰ ਮਿਲਦੀਆਂ ਨੇ, ਪਰ ਬਾਬੇ ਬੁੱਢੇ ਦੇ ਉਸ ਖਜ਼ਾਨੇ ਵਿੱਚ ਵੀ ਤੋਟਾ ਨਹੀਂ ਜੋ ਪਰਮੇਸ਼ਰ ਨੇ ਉਹਨਾਂ ਨੂੰ ਦਿੱਤਾ ਹੈ। ਤੋ ਨਾਮ ਜਪਣ ਵਾਲੇ ਜਿਹੜੇ ਗੁਰਮੁਖ ਨੇ, ਨਾਮ ਜਪਣ ਵਾਲੇ ਜਿਹੜੇ ਸਾਧੂ ਨੇ, ਮਹਾਤਮਾ ਨੇ, ਉਹਨਾਂ ਦੇ ਖਜ਼ਾਨੇ 'ਚ ਤੋਟਾ ਨਹੀਂ ਆਉਂਦਾ ਜੋ ਪਰਮੇਸ਼ਰ ਨੇ ਉਹਨਾਂ ਨੂੰ ਦੇ ਦਿੱਤਾ ਜੁਗਾਂ ਜੁਗਾਂ ਤੱਕ। ਚਾਹੇ ਉਹ ਸੰਤ ਅਤਰ ਸਿੰਘ ਜੀ ਜੈਸੇ ਮਹਾਤਮਾ ਹਨ ਮਸਤੂ ਆਣੇ ਵਾਲੇ, ਚਾਹੇ ਉਹ ਬਾਬਾ ਵੀਰ ਸਿੰਘ ਜੀ ਦੁਰੰਗਾਬਾਦੀ ਹਨ, ਚਾਹੇ ਉਹ ਬਾਬਾ ਸਾਹਿਬ ਸਿੰਘ ਜੀ ਵਰਗੇ ਮਹਾਂਪੁਰਸ਼ ਨੇ, ਜੋ ਵਾਹਿਗੁਰੂ ਨੇ ਉਹਨਾਂ ਨੂੰ ਬਰਕਤ ਦਿੱਤੀ ਆ, ਨਾਮ ਜਪਣ ਦੇ ਨਾਲ ਫਲ ਦਿੱਤਾ ਹੈ, ਉਹਦੇ 'ਚ ਤੋਟਾ ਨਹੀਂ ਆਉਂਦਾ। ਭਾਵੇਂ ਜੇ ਜੁਗ ਕੇਤੇ ਜਾਹੇ ਜੀਓ, ਭਾਵੇਂ ਸੈਂਕੜੇ ਯੁੱਗ ਬੀਤ ਜਾਣ, ਨਹੀਂ ਤਾਂ ਦੁਨੀਆ ਦੇ ਖਜ਼ਾਨੇ ਮੁੱਕ ਜਾਂਦੇ, ਪਰ ਆਹ ਖਜ਼ਾਨਾ ਜਿਹੜਾ ਸਾਹਿਬ ਨੇ ਦਿੱਤਾ ਹੈ ਨਾ, ਇਹਦੇ 'ਚ ਜੁਗਾਂ ਜੁਗਾਂ ਤਾਈਂ ਤੋਟਾ ਨਹੀਂ ਆਉਂਦਾ। ਇਹੋ ਧਨ ਅਖੁੱਟ ਨਾ ਖੁੱਟੈ ਨਾ ਜਾਏ, ਪੂਰਾ ਸਤਿਗੁਰ ਰਹੇ ਅਸਮਾਏ, ਪੂਰਾ ਸਤਿਗੁਰ ਦੀਆ ਦਿਖਾਏ। ਇਹ ਨਾਮ ਧਨ ਦਾ ਖਜ਼ਾਨਾ ਜਿਹੜਾ ਸਾਹਿਬ ਨੇ ਆਪਣਿਆਂ ਸੇਵਕਾਂ ਨੂੰ ਬਖਸ਼ਿਆ ਨਾ, ਇਹਦੇ 'ਚ ਤੋਟਾ ਨਹੀਂ ਆਉਂਦਾ। ਤੋਟ ਨਾ ਆਵੈ ਵਦ ਦੋ ਜਾਈ, ਤੋਟ ਨਾ ਆਵੈ ਵਦ ਦੋ ਜਾਈ, ਤੋਟ ਨ ਆਵੈ ਬਦ ਦੋ ਜਾਈ, ਤੋਟ ਨ ਆਵੈ ਵਦ ਦੋ ਜਾਈ, ਤੋਟ ਨਾ ਆਵੈ ਵਦ ਦੋ ਜਾਈ, ਤੋਟ ਨ ਆਵੈ ਵਦ ਦੋ ਜਾਈ, ਤੋਟ ਨ ਆਵੈ ਵਦ ਦੋ ਜਾਈ, ਤੋਟ ਨ ਆਵੈ ਵਦ ਦੋ ਜਾਈ। ਇਹਦੇ 'ਚ ਤੋਟਾ ਨਹੀਂ ਆਉਂਦਾ।
ਤਿਚਰ ਮੂਲ ਨਾ ਥੁੜੀ ਦੋ, ਜਿਚਰ ਆਪ ਕਿਰਪਾਲ। ਸ਼ਬਦ ਅਖੁੱਟ ਬਾਬਾ ਨਾਨਕਾ, ਖਾਹੇ ਖਰਚ ਧਨ ਮਾਲ। ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਖਾਵਹਿ ਖਰਚਹਿ ਤੋਟ ਨ ਆਵੈ। ਇਹੋ ਜਿਹਾ ਖਜ਼ਾਨਾ ਹੈ ਮੇਰੇ ਸਾਹਿਬ ਦਾ, ਇਹ ਜੁਗਾਂ ਜੁਗਾਂ ਤੱਕ ਸਮਾਂ ਬੀਤ ਜਾਏ ਫਿਰ ਵੀ ਇਹਦੇ 'ਚ ਤੋਟਾ ਨਹੀਂ ਆਉਂਦਾ। ਜੇ ਜੁਗ ਕੀਤੇ ਜਾਹੇ ਸੁਆਮੀ, ਤਿਨ ਫਲ ਤੋਟ ਨ ਆਵੈ। ਹੇ ਸੁਆਮੀ, ਜੇ ਕਰੋੜਾਂ ਯੁੱਗ ਵੀ ਬੀਤ ਜਾਣ, ਆਖੀਏ ਭਗਤ ਪ੍ਰਹਿਲਾਦ ਦੇ ਕੋਲ ਜਿਹੜਾ ਉਹ ਨਾਮ ਜਪਣ ਦਾ ਖਜ਼ਾਨਾ, ਉਹ ਜੁਗਾਂ ਜੁਗਾਂ ਦੇ ਸਤਯੁਗ ਦੇ ਹੋਏ ਭਗਤ, ਤ੍ਰੇਤਾ ਕਲਯੁਗ ਬੀਤ ਚੱਲਿਆ, ਦੁਆਪਰ ਬੀਤ ਗਿਆ ਤੇ ਉਹ ਘਟ ਗਿਆ। ਕਹਿੰਦੇ ਨਹੀਂ, ਜਿਹੜਾ ਫਲ ਉਹਨਾਂ ਨਾਮ ਜਪਣ ਵਾਲਿਆਂ ਨੂੰ ਪ੍ਰਾਪਤ ਹੋਇਆ ਉਹਦੇ 'ਚ ਤੋਟਾ ਨਹੀਂ। ਅੱਜ ਵੀ ਧਰੂ ਬੈਠਾ ਹੈ ਨਾਮ ਦੇ ਪ੍ਰਤਾਪ ਕਰਕੇ ਅਟਲ ਪਦਵੀ ਤੇ। ਇਹ ਨਾਮ ਦਾ ਪ੍ਰਤਾਪ ਹੈ, ਇਹ ਨਾਮ ਦੀ ਮਹਿਮਾ ਹੈ। ਹਾਂਜੀ, ਤਿਨ ਜਰਾ ਨਾ ਮਰਣਾ, ਨਰਕ ਨਾ ਪਰਣਾ, ਜੋ ਹਰ ਨਾਮ ਧਿਆਵੈ। ਜਿਹੜੇ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਹਨ ਉਹਨਾਂ ਨੂੰ ਜਰਾ ਰੋਗ ਨਹੀਂ ਵਿਆਪਦਾ। ਜ਼ਰਾ ਕਹਿੰਦੇ ਨੇ ਬੁਢੇਪੇ ਨੂੰ। ਹੁਣ ਕੋਈ ਆਖੇ ਵੀ ਨਾਮ ਜਪਣ ਵਾਲੇ ਬੁੱਢੇ ਨਹੀਂ ਹੁੰਦੇ, ਸਰੀਰਕ ਤੌਰ ਤੇ ਹੋ ਜਾਂਦੇ ਆ, ਭਾਵੇਂ ਤਨ ਛੀਣ ਹੋ ਜਾਏ, ਪਰ ਸੁਰਤ ਕਰਕੇ ਹਰ ਵੇਲੇ ਜੁੜੇ ਰਹਿੰਦੇ ਆ, ਕਿਉਂਕਿ ਉਹਨਾਂ ਨੇ ਆਪਣੀ ਜਵਾਨੀ ਨੂੰ ਸੰਭਾਲਿਆ। ਤੇ ਭਰ ਜਵਾਨੀ ਦੀ ਅਵਸਥਾ ਨੂੰ ਜਿਨ੍ਹਾਂ ਸੰਭਾਲ ਲਿਆ, ਫਿਰ ਉਹ ਗੁਰਮੁਖ ਬੁੱਢੇ ਕਦੇ ਨਾ ਹੀ, ਜਿਨ੍ਹਾਂ ਅੰਤਰ ਸੁਰਤ ਗਿਆਨ। ਨਾ ਮਰਨਾ, ਹੁਣ ਆਖਿਆ ਵੀ ਨਾਮ ਜਪਣ ਵਾਲੇ ਤਾਂ ਮਰਦੇ ਵੀ ਵੇਖੇ ਨੇ ਸਰੀਰ ਕਰਕੇ, ਸਰੀਰ ਕਰਕੇ ਵੇਖੋਗੇ, ਪਰ ਉਹਨਾਂ ਨਾਮ ਜਪਣ ਵਾਲਿਆਂ ਦਾ ਬਾਰ-ਬਾਰ ਮਰਨਾ ਨਹੀਂ ਹੁੰਦਾ। ਸਰੀਰ ਕਰਕੇ ਤਾਂ ਬਿਨਸਣਾ ਹੀ ਹੈ, ਪਰ ਨਾਮ ਦੇ ਪ੍ਰਤਾਪ ਕਰਕੇ ਉਹ ਸਦਾ ਹੀ ਜੀਵਤ ਨੇ, ਸਦਾ ਹੀ ਹਾਜ਼ਰ ਨੇ। ਨਾਮ ਦੇ ਪ੍ਰਤਾਪ ਕਰਕੇ ਉਹ ਸਦਾ ਹੀ ਜੀਵਤ ਨੇ। ਜਨਮ ਸਾਖੀ 'ਚ ਜ਼ਿਕਰ ਆਉਂਦਾ ਹੈ, ਜਗਤ ਗੁਰੂ ਗੁਰੂ ਨਾਨਕ ਸਾਹਿਬ ਧਰੂ ਨੂੰ ਮਿਲੇ ਜਾ ਕੇ, ਪ੍ਰਹਿਲਾਦ ਨੂੰ ਮਿਲੇ। ਹੁਣ ਕੋਈ ਆਖੇ ਧਰੂ ਤਾਂ ਜੁਗਾਂ ਪਹਿਲਾਂ ਹੋਇਆ, ਪ੍ਰਹਿਲਾਦ ਤਾਂ ਜੁਗਾਂ ਪਹਿਲਾਂ ਹੋਇਆ, ਗੁਰੂ ਨਾਨਕ ਸਾਹਿਬ ਕਿਵੇਂ ਮਿਲੇ ਉਹਨਾਂ ਨੂੰ ਜਾ ਕੇ? ਪਰ ਜਨਮ ਸਾਖੀ 'ਚ ਜ਼ਿਕਰ ਆਉਂਦਾ, ਉਹ ਸੰਕੇਤ ਹੈ ਕਿ ਉਹ ਅੱਜ ਵੀ ਹੈਣ। ਕਬੀਰ ਜੀ ਜੈਸੇ, ਰਵਿਦਾਸ ਜੀ ਜੈਸੇ ਮਹਾਂਪੁਰਸ਼ ਅੱਜ ਵੀ ਹਾਜ਼ਰ ਨੇ। ਸਰੀਰ ਕਰਕੇ ਭਾਵੇਂ ਉਹ ਸਰੀਰ ਬਿਨਸ ਗਏ ਉਹਨਾਂ ਦੇ, ਪਰ ਉਹ ਅੱਜ ਵੀ ਜੀਵਤ ਨੇ, ਅੱਜ ਵੀ ਹਾਜ਼ਰ ਨੇ। ਦਿਨ ਦੇ ਸਮੇਂ ਭਾਈ ਮਤੀ ਦਾਸ ਨੂੰ, ਭਾਈ ਦਿਆਲੇ ਨੂੰ, ਭਾਈ ਸਤੀ ਦਾਸ ਨੂੰ ਸ਼ਹੀਦ ਕਰ ਦਿੱਤਾ ਔਰੰਗਜ਼ੇਬ ਨੇ। ਅਗਲੇ ਦਿਨ 9ਵੇਂ ਪਾਤਸ਼ਾਹ ਨੂੰ ਸ਼ਹੀਦ ਕਰ ਦਿੱਤਾ। ਰਾਤ ਨੂੰ ਪਲੰਘੇ ਤੇ ਸੁੱਤਾ। ਤਿੰਨੇ ਸ਼ਹੀਦ ਜਿਨ੍ਹਾਂ ਨੂੰ ਮਾਰ ਚੁੱਕਾ ਦਿਨ ਦੇ ਚਾਨਣੇ ਵਿੱਚ, ਆ ਕੇ ਪਲੰਘਾ ਚੁੱਕ ਕੇ ਮੂਧਾ ਮਾਰ ਕੇ ਔਰੰਗੇ ਨੂੰ ਥੱਲੇ ਦੱਬ ਰਹੇ ਨੇ। ਕੋਈ ਆਖੇਗਾ ਨਾ ਵੀ ਇਹ ਤਾਂ ਮੈਂ ਮਾਰ ਦਿੱਤੇ, ਸਾਨੂੰ ਰੰਗਾ ਤਾਂ ਇਹੀ ਸੋਚਦਾ ਸੀ। ਸਰੀਰ ਵਿਨਸੇ ਨੇ, ਪਰ ਉਹ ਅੱਜ ਵੀ ਹਾਜ਼ਰ ਨੇ। ਸ਼ਹੀਦੀ ਫੌਜਾਂ ਅੱਜ ਵੀ ਹਾਜ਼ਰ ਨੇ ਮਹਾਰਾਜ ਜੀ ਦੀਆਂ। ਸਤਿਗੁਰਾਂ ਦੇ ਕਮਰ ਕੱਸੇ 'ਚ ਰਹਿੰਦੇ ਆ ਸ਼ਹੀਦ ਸਿੰਘ। ਭਾਵੇਂ ਕੋਈ ਨਾਸਤਕ ਬੰਦਾ ਕਿੰਤੂ ਪਰੰਤੂ ਕਰੀ ਜਾਵੇ ਤਾਂ ਕਰੀ ਜਾਵੇ, ਜਿਹੜਾ ਨਹੀਂ ਮੰਨਦਾ ਉਹਨੂੰ ਮਨਾ ਕੇ ਲੈਣਾ ਹੀ ਕੀ ਐ? ਅਸੀਂ ਕਿਹੜਾ ਗੱਡਾ ਅੜਿਆ ਹੈ ਜਿਹੜਾ ਉਹਦੇ ਬਿਨਾਂ ਲੰਘਣਾ ਨਹੀਂ ਹੈ? ਨਾ ਮੰਨੇ। ਜਿਹੜੇ ਆਸਥਾਵਾਨ ਨੇ ਉਹ ਪਰਮੇਸ਼ਰ ਦੀਆਂ ਇਹਨਾਂ ਸ਼ਕਤੀਆਂ ਨੂੰ ਮਹਿਸੂਸ ਕਰਦੇ ਨੇ। ਆਸਥਾਵਾਨ ਅਕਾਲ ਪੁਰਖ ਦੀਆਂ ਇਹਨਾਂ ਬਰਕਤਾਂ ਨੂੰ ਅਨੁਭਵ ਕਰਦੇ ਨੇ। ਹੁਣ ਜਿਸ ਨੇ ਚਖਣਾ ਉਹੀ ਜਾਣੇਗਾ। ਗੱਲਾਂ ਬਾਤਾਂ ਦੇ ਨਾਲ ਥੋੜੀ ਜਾਣੇਗਾ ਕੋਈ, ਜੋ ਚਖੇਗਾ ਉਹੀ ਜਾਣੇਗਾ। ਇੱਥੇ ਪਾਤਸ਼ਾਹ ਕਹਿੰਦੇ ਫਿਰ ਉਹ ਨਹੀਂ ਮਰਦੇ, ਨਰਕ ਨਾ ਪਰਣਾ, ਉਹ ਨਰਕਾਂ ਵਿੱਚ ਵੀ ਨਹੀਂ ਪੈਂਦੇ। ਜੋ ਹਰ ਨਾਮ ਧਿਆਵੈ, ਜਿਹੜੇ ਹਰੀ ਦੇ ਨਾਮ ਨੂੰ ਧਿਆਉਂਦੇ ਆ ਉਹ ਨਰਕਾਂ ਦੇ ਵਿੱਚ ਵੀ ਨਹੀਂ ਪੈਂਦੇ, ਨਰਕਗਾਮੀ ਵੀ ਨਹੀਂ ਹੁੰਦੇ।
ਸਗੋਂ ਰਾਜੇ ਜਨਕ ਵਰਗੇ ਜੇ ਲੰਘਦੇ ਆ ਨਾਮ ਜਪਣ ਵਾਲੇ ਨਰਕਾਂ ਦੇ ਕੋਲੋਂ, ਤੇ ਨਰਕਾਂ ਨੂੰ ਵੀ ਖਾਲੀ ਕਰ ਦਿੰਦੇ ਆ। ਭਾਈ ਗੁਰਦਾਸ ਜੀ ਨੇ ਲਿਖਿਆ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। 10ਵੀਂ ਵਾਰ ਚ ਰਾਜੇ ਜਨਕ ਦੀ ਕਥਾ ਲਿਖਦੇ। ਉਹ ਨਰਕ ਚ ਨਹੀਂ ਪੈਂਦੇ ਜਿਹੜੇ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਹਨ। ਹਰ ਹਰ ਕਰਹਿ ਸੇ ਸੁਕਹਿ ਨਾਹੀ, ਨਾਨਕ ਪੀੜ ਨਾ ਖਾਹੇ ਜੀਓ। ਜਿਹੜੇ ਹਰੀ ਹਰੀ ਕਰਦੇ ਨੇ ਉਹ ਸੁੱਕਦੇ ਨਹੀਂ, ਸੜਦੇ ਨਹੀਂ। ਸੁੱਕਹਿ ਦਾ ਮਤਲਬ ਸੜਦੇ ਨਹੀਂ, ਉਹ ਤ੍ਰਿਸ਼ਨਾ ਦੀ ਅੱਗ ਚ, ਵਿਕਾਰਾਂ ਦੀ ਅੱਗ ਚ। ਜਿਹੜੇ ਹਰੀ ਹਰੀ ਜਪਦੇ ਨੇ ਉਹਨਾਂ ਅੰਦਰ ਸਦਾ ਤਰਾਵਟ ਬਣੀ ਰਹਿੰਦੀ ਹੈ, ਉਹਨਾਂ ਅੰਦਰ ਸਦਾ ਖੇੜਾ ਤੇ ਵਿਕਾਸ ਬਣਿਆ ਰਹਿੰਦਾ। ਉਹ ਸੜਦੇ ਨਹੀਂ ਰਹਿੰਦੇ, ਕ੍ਰਿਜਦੇ ਨਹੀਂ ਰਹਿੰਦੇ, ਸੁੱਕਦੇ ਨਹੀਂ ਰਹਿੰਦੇ। ਉਹ ਤਾਂ ਸਦਾ ਹੀ ਹਰੇ ਭਰੇ ਰਹਿੰਦੇ ਆ, ਕਿਉਂਕਿ ਪਰਮੇਸ਼ਰ ਦਾ ਨਾਮ ਹੀ ਸੁੱਕਿਆਂ ਨੂੰ ਹਰਿਆਂ ਭਰਿਆਂ ਕਰਨ ਵਾਲਾ ਹੈ। ਤਦੇ ਉਹਨੂੰ ਕਹਿੰਦੇ ਹਰ, ਜਿਹੜਾ ਸੁੱਕਿਆਂ ਨੂੰ ਹਰੇ ਭਰੇ ਕਰੇ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੁੱਕੇ ਕਾਸ਼ਟ ਹਰਿਆ। ਸੁੱਕਿਆਂ ਨੂੰ ਵੀ ਹਰਿਆ ਭਰਿਆ ਕਰਨ ਵਾਲਾ। ਜਿਨ੍ਹਾਂ ਅੰਦਰੋਂ ਵਾਹਿਗੁਰੂ ਪਰਮੇਸ਼ਰ ਦੀ ਪ੍ਰੀਤ ਸੁੱਕ ਜਾਂਦੀ ਹੈ ਨਾ, ਉਹ ਸੜ ਜਾਂਦੇ ਆ। ਤਦੇ ਭਗਤ ਕਿੱਤੀ ਜੋਬਨ ਪ੍ਰੀਤ ਬਿਨ, ਸੁੱਕ ਗਏ ਕੁਮਲਾਏ। ਆਹਾ, ਪਤਾ ਨਹੀਂ ਕਿੰਨੀਆਂ ਕੁ ਜਵਾਨੀਆਂ ਰੱਬ ਦੀ ਪ੍ਰੀਤ ਤੋਂ ਬਿਨਾਂ ਸੁੱਕ ਸੜ ਗਈਆਂ ਨੇ, ਕੁਮਲਾ ਗਈਆਂ। ਹਾਂ, ਮੈਂ ਨਹੀਂ ਡਰਦਾ, ਜਵਾਨੀ ਜਾਂਦੀ ਹੈ, ਜਾਵੇ, ਜਾਣਾ ਹੀ ਆਖਰਕਾਰ ਇਹਨੇ, ਕਿੰਨਾ ਕੁ ਚਿਰ ਰਹੇਗੀ। ਜਾਵੇ ਜਾਂਦੀ ਹੈ ਤਾਂ, ਪਰ ਮੇਰੇ ਸਹਿ ਦੀ ਪ੍ਰੀਤ ਨਾ ਜਾਵੇ। ਯਾਨੀ ਕਿ ਪਰਮੇਸ਼ਰ ਦੀ ਪ੍ਰੀਤ ਹਰਿਆ ਭਰਿਆ ਕਰਦੀ ਹੈ। ਤੋ ਜਿਹੜੇ ਹਰੀ ਵਾਹਿਗੁਰੂ ਪਰਮੇਸ਼ਰ ਨੂੰ ਧਿਆਉਂਦੇ ਨੇ, ਉਹ ਹਰੇ ਭਰੇ ਹੋ ਜਾਂਦੇ ਆ। ਉਹ ਸੁੱਕਦੇ ਸੜਦੇ ਨਹੀਂ ਹਨ ਤ੍ਰਿਸ਼ਨਾ ਦੀ ਅੱਗ ਵਿੱਚ, ਕਾਮ ਕ੍ਰੋਧ ਦੀ ਵਿਸ਼ਿਆਂ ਵਿਕਾਰਾਂ ਦੀ ਅਗਨੀ ਵਿੱਚ ਸੁੱਕਦੇ ਸੜਦੇ ਨਹੀਂ ਹਨ। ਉਹ ਨਾਨਕ ਪੀੜ ਨਾ ਖਾਹੇ ਜੀਓ। ਜਗਤ ਗੁਰੂ ਬਾਬਾ ਜੀ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ, ਉਹਨਾਂ ਨੂੰ ਕਿਤੇ ਕਿਸੇ ਪ੍ਰਕਾਰ ਦੀ ਪੀੜਾ ਨੂੰ ਖਾਣਾ ਨਹੀਂ ਪੈਂਦਾ। ਜੰਮਾਂ ਦੀ ਪੀੜ ਉਹਨਾਂ ਨੂੰ ਨਹੀਂ ਖਾਣੀ ਪੈਂਦੀ। ਉਹ ਪੀੜੇ ਨਹੀਂ ਜਾਂਦੇ ਜਿਵੇਂ ਕਹਾਣੀ ਵਿੱਚ ਤਿਲ ਪੀੜੇ ਜਾਂਦੇ ਨੇ, ਕੋਲੂ ਵਿੱਚ ਗੰਨਾ ਪੀੜਿਆ ਜਾਂਦਾ, ਏਦਾਂ ਨਹੀਂ ਪੀੜੇ ਜਾਂਦੇ। ਉਹ ਵੇਲਣੇ ਵਿੱਚ ਜਿਵੇਂ ਗੰਨਾ ਪੀੜਿਆ ਜਾਂਦਾ। ਯਾਨੀ ਕਿ ਉਹ ਸਮਸਤ ਪ੍ਰਕਾਰ ਦੀਆਂ ਜਿੰਨੀਆਂ ਪੀੜਾਵਾਂ ਨੇ ਸੰਸਾਰ ਦੀਆਂ, ਉਹਨਾਂ ਤੋਂ ਮੁਕਤ ਹੋ ਜਾਂਦੇ ਹਨ। ਹਾਂਜੀ। ਨਾਮ ਲੈਨ ਸੇ ਸੋਹੈ, ਤਿਨ ਸੁਖ ਫਲ ਹੋਵੈ, ਮਨ ਹੈ ਸੇ ਜਿਣ ਜਾਹੇ ਜੀਓ। ਜਿਹੜੇ ਉਸ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਲੈਂਦੇ ਹਨ, ਉਹ ਸੋਭਨੀਕ ਹੋ ਜਾਂਦੇ ਹਨ, ਔਰ ਉਹਨਾਂ ਨੂੰ ਸੁਖ ਫਲ ਦੀ ਪ੍ਰਾਪਤੀ ਹੁੰਦੀ ਹੈ। ਔਰ ਜਿਹੜੇ ਸਾਹਿਬ ਦੇ ਸਮਰਥ ਨਾਮ ਨੂੰ ਮੰਨਦੇ ਨੇ, ਪਾਤਸ਼ਾਹ ਕਹਿੰਦੇ, ਉਹ ਆਪਣੇ ਜਨਮ ਦੀ ਬਾਜੀ ਨੂੰ ਜਿੱਤ ਜਾਂਦੇ। ਉਹ ਆਪਣੇ ਜਨਮ ਦੀ ਬਾਜੀ ਨੂੰ ਜਿੱਤ ਜਾਂਦੇ। ਇਸ ਕਰਕੇ ਮੰਨਣ ਦੀ ਵੀ ਬੜੀ ਵੱਡੀ ਬਰਕਤ ਹੈ। ਸਭ ਰਸ ਮਿੱਠੇ ਮੰਨੀਐ, ਸੁਣਿਆ ਸਾ ਲਾਉਣੇ। ਆਹਾ, ਕਹਿੰਦੇ ਸਾਰੇ ਮਿੱਠੇ ਰਸ ਮੇਰੇ ਲਈ ਇਹੀ ਨੇ ਮਹਾਰਾਜ, ਮੈਂ ਤੇਰੇ ਨਾਮ ਨੂੰ ਮੰਨਦਾ ਹਾਂ। ਤੇ ਸਲੂਣੇ ਪਦਾਰਥ ਮੇਰੇ ਲਈ ਇਹ ਨੇ ਜਦੋਂ ਮੈਂ ਤੇਰਾ ਨਾਮ ਸੁਣਦਾ ਹਾਂ। ਸਭ ਰਸ ਮਿੱਠੇ ਮੰਨਿਆ, ਸੁਣਿਆ ਸਾ ਲਾਉਣੇ। ਸੁਣਾ ਵੀ ਕੋਈ ਨਵੀਂ ਤਾਜੀ, ਯਾਨੀ ਕਿ ਕੰਨ ਵੀ ਕੋਈ ਸਲੂਣਾ ਭਾਲਦੇ ਆ। ਸੁਣਾ ਕੋਈ ਚਰਪਟੀ ਜੀ ਬਾਤ। ਤੇ ਗੁਰਸਿੱਖ ਵਾਸਤੇ ਪਰਮੇਸ਼ਰ ਦਾ ਨਾਮ ਹੀ ਚਰਪਟੀਆਂ ਬਾਤਾਂ ਨੇ, ਸੁਣਿਆ ਸਾ ਲਾਉਣੇ, ਸਲੂਣੀਆਂ। ਤੇ ਨਾਮ ਦਾ ਜਾਪ ਜਪ ਕੇ ਉਸ ਨੂੰ ਮੰਨਣਾ, ਇਹ ਸਾਰੇ ਮਿੱਠੇ ਰਸ ਨੇ। ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਗਾਵਿਆ ਸੁਣਿਆ ਥਾਂ ਪੈ ਜਾਏ। ਗੁਰੂ ਕੀ ਬਾਣੀ ਅਗਾਧ ਬੋਧ ਹੈ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।